ਸੁਪਨਾ ਵੇਖਦਾ ਕਿ ਕਦੀ ਸਾਡਾ ਮੁਲਕ ਇਸ ਮੁਕਾਮ ਤੇ ਪਹੁੰਚੇ ਕਿ ਬਾਹਰਲੇ ਮੁਲਕਾਂ ਵਾਲੇ ਲੋਕ ਇੱਥੇ ਵਸਣਾ ਪਸੰਦ ਕਰਨਾ। अगर लोग सारे विरोध करते हैं कि असी आ कलाकार नूं नहीं लैके आउणा, ये कलाकार माड़े गीत गाउंदा, गंदे गीत गाउंदा। 21ਵੀਂ सदी ਦੇ ਇਸ ਯੁੱਗ ਵਿੱਚ ਲਾਸ਼ਾਂ ਨੂੰ ਕਫਨ ਨਹੀਂ ਮਿਲ ਰਿਹਾ, ਉਹਨਾਂ ਨੂੰ ਦਫਨਾਉਣ ਲਈ ਕੋਈ ਨਹੀਂ ਹੈਗਾ, ਉਹਨਾਂ ਦੇ ਸੰਸਕਾਰ ਦੀ ਵਿਵਸਥਾ ਨਹੀਂ ਹੈਗੀ। ਅੱਜ ਵੀ ਇਲਾਜ ਹੱਥੋਂ ਲੋਕ ਮਰ ਰਹੇ ਨੇ। लेकिन ਜਦੋਂ ਆਪਣੇ ਘਰ 'ਚ ਵਿਆਹ ਹੁੰਦਾ ਮੁੰਡੇ ਦਾ, ਉਦੋਂ ਇਹ ਪੁੱਛਿਆ ਜਾਂਦਾ ਵੀ ਇਸ ਵੇਲੇ ਚੱਲਦਾ ਕੌਣ ਹੈ ਸਭ ਤੋਂ ਜ਼ਿਆਦਾ। ਸਰਕਾਰਾਂ ਦੇ ਖਿਲਾਫ ਜਾਂਦਾ ਹੈ, ਇਹ ਉਹਦੇ ਖਿਲਾਫ ਜਾਂਦਾ ਹੈ। ਮੈਂ ਕਿਹਾ ਯਾਰ ਜੇ ਸੱਚ ਬੋਲਣਾ ਗੁਨਾਹ ਹੈ, ਇਹ ਗੁਨਾਹ ਮੈਂ ਬਾਰ-ਬਾਰ ਕਰਾਂਗਾ। ਅਸੀਂ ਨਸ਼ੇ ਦੇ ਵਿੱਚ ਗਾਣੇ ਸੁਣਦੇ ਆ, ਨਸ਼ੇ 'ਚ ਗਾਣੇ ਬਣਦੇ ਆ, ਬਣਾਉਣ ਵਾਲੇ ਵੀ ਬਹੁਤ ਸਾਰੇ ਬੇਲੀ ਦਾਰੂ ਪੀ ਕੇ ਜਾਂ ਨਸ਼ਾ ਹੋਰ ਕਰਕੇ ਬਣਾਉਂਦੇ ਆ। ਲੱਖਾਂ ਲੋਕ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਨੇ, ਸਟੱਡੀ ਦੇ ਨਾਂ ਤੇ ਜਾਂਦੇ ਨੇ ਤੇ ਮੁੜ ਕੇ ਨਹੀਂ ਆਉਂਦੇ। ਉਹ ਸਟੱਡੀ ਉਹਨਾਂ ਦਾ ਮਕਸਦ ਨਹੀਂ ਹੈ, ਉਹਨਾਂ ਦਾ ਮਕਸਦ ਉੱਥੇ ਸੈਟਲ ਹੋਣਾ ਹੈ। ਗਾਣੇ ਦਾ ਟਾਈਟਲ ਜਿਹੜਾ ਹੈ ਉਹ ਕੁਝ ਹੋਰ ਹੈ, ਲੇਕਿਨ ਗਾਣੇ ਦੇ ਵਿੱਚ ਕੁਝ ਹੋਰ ਹੈ। ਗਾਣੇ ਦਾ ਜਿਹੜਾ ਟਾਈਟਲ ਹੈ ਉਹ ਸ਼ਬਦ ਅਰਥ ਨਹੀਂ ਹੈਗਾ, ਉਹ ਸਿਰਫ ਅੱਖਰਾਂ ਦਾ ਹੀ ਹੈ। ਹੁਣ ਤੈਨੂੰ ਆਪਣਾ ਦੇਸ਼ ਕਹਿਣ ਨੂੰ ਜੀ ਨਹੀਂ ਕਰਦਾ, ਹੁਣ ਤੈਨੂੰ ਆਪਣਾ ਮੁਲਕ ਕਹਿਣ ਨੂੰ ਜੀ ਨਹੀਂ ਕਰਦਾ। ਐ ਦੇਸ਼ ਮੇਰੇ ਤੂੰ ਜਾਨ ਮੇਰੀ। ਬੜੇ ਚਿਰ ਤੋਂ ਇੱਕ ਅਜਿਹੇ ਗੀਤ ਦੀ ਮਤਲਬ ਕਿ ਲੋੜ ਸੀ, ਬੜੇ ਚਿਰ ਤੋਂ ਇੱਕ ਸਾਫ਼ ਸੁਥਰੇ ਗੀਤ ਦੀ, ਇਕੱਲੇ ਸਾਫ਼ ਸੁਥਰੇ ਗੀਤ ਦੀ ਨਹੀਂ ਬਲਕਿ ਇੱਕ ਮੈਸੇਜ ਦੇਣ ਵਾਲੇ ਗੀਤ ਦੀ, ਇੱਕ ਲੋਕਾਂ ਦੀ ਜਿਹੜੀ ਸਮੱਸਿਆ ਹੈ ਉਹਨਾਂ ਨੂੰ ਉਜਾਗਰ ਕਰਨ ਵਾਲੇ ਗੀਤ ਦੀ। ਤੁਸੀਂ ਦੇਖੋ ਦਾਰੂ ਦੀ, ਬੰਦੂਕ ਦੀਆਂ ਗੱਲਾਂ ਕਰਦੇ ਹੋਏ ਗੀਤ ਤਾਂ ਬੜੇ ਸੁਣੇ ਹੋਣੇ ਆ, ਪਰ ਇੱਕ ਚੰਗਾ ਗੀਤ ਜਿਹੜਾ ਕਿ ਸਮਾਜ ਵਿੱਚ ਜਿਹੜੀਆਂ ਬੁਰਾਈਆਂ ਹੈ ਉਹਨੂੰ ਉਜਾਗਰ ਕਰਦਾ ਹੋਵੇ, ਅਜਿਹਾ ਗੀਤ ਬਹੁਤ ਘੱਟ ਸੁਣਿਆ ਹੋਣਾ। ਸਾਡੇ ਨਾਲ ਸੂਫੀ ਬਲਵੀਰ ਜੀ ਹੈ ਤੇ ਨਿਰਮਲ ਸੰਧੂ ਜੀ ਹੈ। ਇਹ ਸੂਫੀ ਬਲਵੀਰ ਜੀ ਅੱਜ ਇੱਕ ਨਵਾਂ ਗੀਤ ਲੈ ਕੇ ਆਏ ਨੇ ਔਰ ਸਮਾਜ ਦੀਆਂ ਜਿਹੜੀਆਂ ਬੁਰਾਈਆਂ ਹੈ ਜਾਂ ਸਮਾਜ ਵਿੱਚ ਜਿਹੜੀ ਪ੍ਰੋਬਲਮਸ ਹੈ ਉਹਨੂੰ ਉਜਾਗਰ ਕੀਤਾ ਹੈ ਇਸ ਗੀਤ ਦੇ ਜ਼ਰੀਏ। ਅਸੀਂ ਪਹਿਲੇ ਤਾਂ ਤੁਹਾਨੂੰ ਮੁਬਾਰਕਬਾਦ ਦਿੰਦੇ ਹਾਂ ਕਿਉਂਕਿ ਅਸੀਂ ਬਹੁਤ ਗੀਤ ਸੁਣੇ ਆ, ਪਰ ਅਜਿਹਾ ਗੀਤ ਪਹਿਲੀ ਵਾਰ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਵੀ ਗੀਤ ਸੁਣ ਕੇ ਸਾਡੀ ਅੱਖਾਂ 'ਚ ਅੰਜੂ ਆ ਗਏ। ਇੰਨਾ ਵਧੀਆ ਗੀਤ ਲਿਖਿਆ ਵੀ ਆ, ਗਾਇਆ ਵੀ ਆ, ਉਸ ਤੋਂ ਬਾਅਦ ਜਿਹੜੀ ਵੀਡੀਓ ਬਣੀ ਉਹ ਵੀ ਕਮਾਲ ਦੀ ਬਣੀ। ਬਹੁਤ ਬਹੁਤ ਮਿਹਰਬਾਨੀ ਗੋਇਲ ਸਾਹਿਬ, ਤੁਹਾਡਾ ਧੰਨਵਾਦ ਕਿ ਤੁਸੀਂ ਇਸ ਗੀਤ ਨੂੰ ਇੰਨੀ ਮੁਹੱਬਤ ਦੇ ਰਹੇ ਹੋ। ਇਹ ਗੀਤ ਦਾ ਨਾਮ ਹੈ ਕਿ ਐ ਮੁਲਕ ਮੇਰੇ। ਮੁਲਕ ਨੂੰ ਜਿਹੜੇ ਲੋਕ ਪਿਆਰ ਕਰਦੇ ਨੇ ਉਹ ਇਹੋ ਜਿਹੇ ਗੀਤ ਲਿਖਦੇ ਨੇ, ਤੇ ਜਿਹੜੇ ਮੁਲਕ ਨੂੰ ਪਿਆਰ ਕਰਦੇ ਨੇ ਉਹ ਸੁਣਨਗੇ ਵੀ, ਜ਼ਰੂਰ ਸੁਣਨਗੇ। ਸੋ ਜਿਵੇਂ ਮੈਂ ਮਹਿਸੂਸ ਕੀਤਾ ਕਿ ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ, 21ਵੀਂ ਸਦੀ ਵਿੱਚ ਮੈਂ ਆਪਣੇ ਭਾਰਤ ਨੂੰ ਉਹਨਾਂ ਮੁਲਕਾਂ ਦੇ ਬਰਾਬਰ ਨਹੀਂ, ਉਹਨਾਂ ਤੋਂ ਅੱਗੇ ਵੇਖਣਾ ਚਾਹੁੰਦਾ ਹੈ। ਕਿ ਮੇਰਾ ਇੱਕ ਸੁਪਨਾ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਇੱਥੋਂ ਭੱਜੀ ਜਾ ਰਹੀ ਹੈ। ਮੈਂ ਇੱਕ ਸੁਪਨਾ ਵੇਖਦਾ ਕਿ ਕਦੀ ਸਾਡਾ ਮੁਲਕ ਇਸ ਮੁਕਾਮ ਤੇ ਪਹੁੰਚੇ ਕਿ ਬਾਹਰਲੇ ਮੁਲਕਾਂ ਵਾਲੇ ਲੋਕ ਇੱਥੇ ਵਸਣਾ ਪਸੰਦ ਕਰਨ ਆ ਕੇ। ਤੇ ਸੋ ਇੱਕ ਹੌਕੇ ਇੱਦਾਂ ਦੇ ਬਹੁਤ ਸਾਰੇ ਸੀਗੇ ਤੇ ਉਹ ਇਹਨੇ ਗੀਤ ਦਾ ਰੂਪ ਧਾਰਨ ਕੀਤਾ। ਜਦੋਂ ਗੀਤ ਲਿਖ ਹੋਇਆ ਕਰੋਨਾ ਵਿੱਚ, ਖਾਸ ਕਰਕੇ ਜੋ ਸਿਹਤ ਸੇਵਾਵਾਂ ਦਾ ਪਾਜ ਉਗੜਿਆ ਸਾਡੇ ਮੁਲਕ ਦਾ ਕਿ ਕਿੱਥੇ ਖੜੇ ਹਾਂ ਅਸੀਂ 21ਵੀਂ ਸਦੀ ਦੇ ਇਸ ਯੁੱਗ ਵਿੱਚ ਵੀ। ਲਾਸ਼ਾਂ ਨੂੰ ਕਫਨ ਨਹੀਂ ਮਿਲ ਰਿਹਾ, ਉਹਨਾਂ ਨੂੰ ਦਫਨਾਉਣ ਲਈ ਕੋਈ ਨਹੀਂ ਹੈਗਾ, ਉਹਨਾਂ ਦੇ ਸੰਸਕਾਰ ਦੀ ਵਿਵਸਥਾ ਨਹੀਂ ਹੈਗੀ। ਅੱਜ ਵੀ ਇਲਾਜ ਹੱਥੋਂ ਲੋਕ ਮਰ ਰਹੇ ਨੇ, ਅੱਜ ਵੀ ਕੱਪੜਿਆਂ ਤੋਂ, ਰੋਜੀ ਰੋਟੀ ਤੋਂ ਦੁਖੀ ਹੋਏ ਲੋਕ, ਕਿਸਾਨ ਸੁਸਾਈਡ ਕਰ ਰਿਹਾ, ਕਿੰਨੀਆਂ ਮੁਸ਼ਕਲਾਂ ਹੋਰ ਨੇ। ਤੇ ਇਹ ਸਾਰੀਆਂ ਚੀਜ਼ਾਂ ਜਦੋਂ ਇੱਕ ਕਵੀ ਦੇ ਅੰਦਰ ਘੁੰਮਦੀਆਂ ਨੇ ਤੇ ਉਹ ਕੋਈ ਨਾ ਕੋਈ ਰੂਪ ਲੈਂਦੀਆਂ ਨੇ। ਕਹਾਣੀਕਾਰ ਕਹਾਣੀ ਲਿਖਦਾ। ਮੈਨੂੰ ਜੇ ਸ਼ਾਇਰੀ ਦੇ ਵਿੱਚ ਗੱਲ ਕਰਨੀ ਆਉਂਦੀ ਹੈ, ਇਹ ਗੀਤ ਲਿਖ ਹੋਇਆ। ਉਦੋਂ ਬਾਅਦ ਗੀਤ ਲਿਖਣ ਤੋਂ ਬਾਅਦ ਮਲਕੀਤ ਰੌਣੀ ਸਾਹਿਬ ਜਿਹੜੇ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਥੰਮ ਨੇ, ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਲੱਗਿਆ ਕਿ ਇਸ ਗੀਤ ਦੇ ਵਿੱਚ ਉਹ ਅਗਰ ਕੰਮ ਕਰਨਗੇ ਤਾਂ ਇਸ ਗੀਤ ਨੂੰ ਇੱਕ ਜਾਨਦਾਰ ਵੀਡੀਓ ਬਣ ਸਕਦਾ ਹੈ ਤਾਂ ਜੋ ਦਿਲਾਂ ਨੂੰ ਛੂਹ ਸਕੇ। ਤੇ ਰੌਣੀ ਸਾਹਿਬ ਨੇ ਬਖੂਬੀ ਉਹ ਆਪਣਾ ਸਾਡੀ ਬੇਨਤੀ ਨੂੰ ਕਬੂਲ ਕੀਤਾ ਤੇ ਉਹ ਕੰਮ ਕੀਤਾ। ਮੈਡਮ ਸਤਿੰਦਰ ਨੇ, ਵੀਡੀਓ ਡਾਇਰੈਕਟਰ ਸੋਨੀ ਧਾਲੀਵਾਲ ਸਾਹਿਬ ਨੇ ਇਹਦੇ ਵਿੱਚ ਕਮਾਲ ਦੀ ਨਿਰਦੇਸ਼ਨ ਕਰਕੇ ਉਹਦਾ ਇਸ ਗੀਤ ਨੂੰ ਬਣਾਇਆ। ਸੋ ਇਹ ਮੁਲਕ ਮੇਰੇ ਲੋਕਾਂ ਦੇ ਸਨਮੁਖ ਕਰ ਦਿੱਤਾ ਗਿਆ। ਸੋ ਸਾਹਿਬ, ਮੈਂ ਇੱਕ ਚੀਜ਼ ਜਾਣਨਾ ਚਾਹੁੰਦਾ, ਇਸ ਦਾ ਮਤਲਬ ਅੱਛੇ ਗੀਤ ਲਿਖੇ ਜਾ ਸਕਦੇ ਆ, ਗਾਏ ਜਾ ਸਕਦੇ ਆ, ਇਸ ਦਾ ਮਤਲਬ ਤਾਂ ਇਹੀ ਹੈ। ਫਿਰ जी देखो, ऐसी गल नहीं है कि
ਇਸ ਤੋਂ ਪਹਿਲਾਂ ਵੀ ਗੀਤ ਚੰਗੇ ਨਹੀਂ ਗਾਏ ਗਏ ਜਾਂ ਨਹੀਂ ਲਿਖੇ ਗਏ। ਸਾਡੀ ਲੋਕਾਂ ਦੀ ਤਰਾਸਦੀ ਹੈ ਸਾਡੇ ਸਮਾਜ ਦੀ ਕਿ ਅਸੀਂ ਭੀੜ ਵੱਲ ਬਹੁਤ ਜ਼ਿਆਦਾ ਜਾਂਦੇ। ਸਾਹਮਣੇ ਨਹੀਂ ਆਏ, ਮਤਲਬ ਕਿਤੇ ਲੋਕੀ ਪਸੰਦ ਨਹੀਂ ਕੀਤਾ ਜਾਂ ਉਹ ਦੱਬ ਕੇ ਰਹਿ ਗਏ ਕਿਤੇ। ਦੇਖੋ ਗੱਲ ਉਹੀ ਆ ਜਾਂਦੀ ਹੈ ਕਿ ਮੀਡੀਆ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਅੱਜ ਕੱਲ ਹਰ ਬੰਦਾ ਜਿਹੜਾ ਬੰਦਾ ਚੱਲਦਾ ਹੈ, ਮਤਲਬ ਮੀਡੀਆ ਦਾ ਵੀ ਹੁੰਦਾ ਕਈ ਵਾਰੀ ਕਿ ਜਿਹੜਾ ਬੰਦਾ ਦਾ ਪਤਾ ਵੀ ਇਹਦੇ 5 ਲੱਖ ਵਿਊ ਹੋਣੇ, ਇਹਦੀ ਇੰਟਰਵਿਊ ਅੱਜ ਕਰਦੇ ਹਾਂ ਜੀ ਤੇ 50,000 ਹੋਣੇ, ਉਹਦੀ ਬਾਅਦ ਚ ਕਰ ਦੇਵਾਂਗੇ, ਹੈ ਨਾ। ਇਹਦੇ 'ਚ ਵੀ ਬੜਾ ਵੱਡਾ ਯੋਗਦਾਨ ਹੋ ਗਿਆ ਨਾ। ਮੀਡੀਆ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਲੋਕਾਂ ਦਾ ਵੀ ਇਸੇ ਤਰ੍ਹਾਂ ਯੋਗਦਾਨ ਹੈ ਕਿ ਲੋਕ ਵੀ ਜਿਹੜੇ ਹੈਗੇ ਆ, ਅਗਰ ਲੋਕੀ ਸਾਰੇ ਵਿਰੋਧ ਕਰਦੇ ਆ ਕਿ ਅਸੀਂ ਆਹ ਕਲਾਕਾਰ ਨੂੰ ਨਹੀਂ ਲੈ ਕੇ ਆਉਣਾ, ਇਹ ਕਲਾਕਾਰ ਮਾੜੇ ਗੀਤ ਗਾਉਂਦਾ, ਗੰਦੇ ਗੀਤ ਗਾਉਂਦਾ, ਲੇਕਿਨ ਜਦੋਂ ਆਪਣੇ ਘਰ 'ਚ ਵਿਆਹ ਹੁੰਦਾ ਮੁੰਡੇ ਦਾ, ਉਦੋਂ ਇਹ ਪੁੱਛਿਆ ਜਾਂਦਾ ਵੀ ਇਸ ਵੇਲੇ ਚੱਲਦਾ ਕੌਣ ਆ ਸਭ ਤੋਂ ਜ਼ਿਆਦਾ। ਸੋ ਜਿਹੜਾ ਚੱਲਦਾ ਹੈ, ਜਿਹਦਾ ਨਾਮ ਬਹੁਤ ਜ਼ਿਆਦਾ, ਹਰ ਬੰਦਾ ਚਾਹੁੰਦਾ ਕਿ ਲੋਕੀ ਦੂਰੋਂ ਆ ਕੇ ਦੇਖਣ ਕਿ ਉਹਨਾਂ ਨੇ ਫਲਾਣਾ ਕਲਾਕਾਰ ਲਿਆਂਦਾ, ਉਹ ਕਲਾਕਾਰ ਭੇਡ ਚਾਲ ਮੈਂ ਕਹਿ ਰਿਹਾ। ਸੋ ਉਹਦੇ ਕਰਕੇ ਜਿਹੜਾ ਚੰਗਾ ਆਰਟ ਹੁੰਦਾ ਹੈ, ਚੰਗੇ ਲਿਖਣ ਵਾਲੇ ਗੀਤ ਹੁੰਦੇ ਆ। ਅਸੀਂ ਨਾਰਮਲ ਲਾਈਫ ਦੇ ਵਿੱਚ ਤਾਂ ਚੰਗੇ ਗਾਣੇ ਸੁਣਦੇ ਹਾਂ, ਪਰ ਜਦੋਂ ਕੋਈ ਦੇਣ ਦੀ ਗੱਲ ਆਉਂਦੀ ਹੈ, ਜਦੋਂ ਕਿਸੇ ਕਲਾਕਾਰ ਨੂੰ ਫਾਇਦਾ ਆਉਣ ਦੀ ਗੱਲ ਆਉਂਦੀ ਹੈ, ਜਦੋਂ ਵਿਆਹ ਸ਼ਾਦੀ ਤੇ ਕਲਾਕਾਰ ਨੇ ਜਾਣਾ ਹੁੰਦਾ, ਉਦੋਂ ਫਿਰ ਅਗਲੇ ਕਹਿੰਦੇ ਵੀ ਨਹੀਂ ਉਹਨੂੰ ਲੈ ਕੇ ਆਓ, ਹੈ ਨਾ। ਸੋ ਅਸੀਂ ਨਸ਼ੇ ਦੇ ਵਿੱਚ ਗਾਣੇ ਸੁਣਦੇ ਹਾਂ, ਨਸ਼ੇ 'ਚ ਗਾਣੇ ਬਣਦੇ ਆ। ਬਣਾਉਣ ਵਾਲੇ ਵੀ ਬਹੁਤ ਸਾਰੇ ਬੇਲੀ ਦਾਰੂ ਪੀ ਕੇ ਜਾਂ ਨਸ਼ਾ ਹੋਰ ਕਰਕੇ ਬਣਾਉਂਦੇ ਆ, ਗਾਉਣ ਵਾਲੇ ਵੀ ਬਹੁਤ ਸਾਰੇ ਜਿਹੜੇ ਪੀ ਕੇ ਸਟੇਜਾਂ 'ਤੇ ਚੜ੍ਹਦੇ ਆ। ਸੋ ਸਮਾਜ ਵੀ ਉਦੋਂ ਸਾਰਾ ਰੱਜਿਆ ਹੀ ਹੁੰਦਾ ਹੈ ਨਾ। ਸੋ ਚੰਗੇ ਗਾਉਣ ਵਾਲੇ ਵੀ ਬਹੁਤ ਹੈ, ਚੰਗੇ ਗਾਣੇ ਲਿਖੇ ਵੀ ਬਹੁਤ ਜਾ ਰਹੇ ਹੈ, ਗਾਏ ਵੀ ਬਹੁਤ ਜ਼ਿਆਦਾ ਜਾ ਰਹੇ ਹੈ, ਚੰਗੇ ਸੁਣਨ ਵਾਲੇ ਵੀ ਬਹੁਤ ਹੈ। ਮੈਂ ਉਦਾਹਰਨ ਇੱਕ ਹੀ ਦੇਵਾਂਗਾ, ਗਜ਼ਲ ਗਾਉਣ ਵਾਲੇ ਪਤਾ ਨਹੀਂ ਦੁਨੀਆ 'ਚ ਕਿੰਨੇ ਹੈ, ਲੇਕਿਨ ਸਾਨੂੰ ਮਾਣ ਹੈ ਜਗਜੀਤ ਸਿੰਘ 'ਤੇ। ਜਗਜੀਤ ਸਿੰਘ ਨੇ ਜੋ ਗਜ਼ਲ ਗਾਈ ਹੈ, ਉਹ ਪੂਰੇ ਵਰਲਡ ਦੇ ਵਿੱਚ ਇੱਕ ਪਾਸੇ 50 ਕਲਾਕਾਰ ਆ ਜਾਣ ਤੇ ਇੱਕ ਪਾਸੇ ਇਕੱਲੇ ਜਗਜੀਤ ਸਿੰਘ ਦਾ ਸ਼ੋਅ ਹੋਵੇ ਤੇ ਉਹਨਾਂ ਦਾ ਹਾਊਸਫੁੱਲ ਸ਼ੋਅ ਹੁੰਦਾ। ਇਹਦਾ ਮਤਲਬ ਇਹ ਨਹੀਂ ਕਿ ਚੰਗਾ ਸੁਣਨ ਵਾਲੇ ਨਹੀਂ ਹੈਗੇ, ਹੈਗੇ ਆ, ਲੇਕਿਨ ਘੱਟ ਹੈ। ਉਹਨਾਂ ਦੀ ਜਿਹੜੀ ਡਿਮਾਂਡ ਹੈ ਉਹ ਥੋੜ੍ਹੀ ਜਿਹੀ ਘੱਟ ਹੈ। ਸਾਡੇ ਲੋਕ ਜਿਹੜੇ, ਅਸੀਂ ਲੋਕ ਥੋੜ੍ਹੇ ਜਿਹੇ ਲਾਈ ਲੱਗ ਲੋਕ ਹੈ। ਅਸੀਂ ਮਤਲਬ ਸਾਡੀ ਸੋਚ ਵੀ ਇੱਦਾਂ ਦੀ ਹੋ ਗਈ ਹੈ ਕਿ ਬਾਲੇ ਵਧੀਆ ਜਿਹੇ ਕੱਪੜੇ ਪਾਉਣੇ ਆ, ਬਾਲੀਆਂ ਗੱਡੀਆਂ ਦੇ ਨਾਂ ਜੀ ਐਸੇ ਰੱਖਣੇ, ਗੱਡੀਆਂ ਦੇ ਅਲੋਏ ਵੀਲ ਪਾਉਣੇ ਆ, ਫੁਕਰਾਪੰਤੀ ਥੋੜ੍ਹੀ ਜਿਹੀ ਜ਼ਿਆਦਾ ਆ ਗਈ। ਤਾਂ ਪਰ ਗਾਣੇ ਵੀ ਉਹੀ ਰਿਵਾਲਵਰ ਵਾਲੇ, ਟਕੂਆਂ ਵਾਲੇ, ਪਰ ਇੱਦਾਂ ਦੇ ਗਾਣੇ ਹੋਰ ਵੀ ਬਹੁਤ ਹੁੰਦੇ ਆ। ਪਰ ਜਿਸ ਤਰ੍ਹਾਂ ਦਾ ਗੀਤ ਬਲਵੀਰ ਸੂਫੀ ਨੇ ਅੱਜ ਇਹ ਗਾਇਆ, ਅੱਜ ਜਿਹੜਾ ਸਮਾਂ ਚੱਲ ਰਿਹਾ ਇਸ ਵਕਤ, ਜੋ ਸਾਡੀ ਤਰਾਸਦੀ ਹੈ ਹਿੰਦੁਸਤਾਨ ਦੇ ਲੋਕਾਂ ਦੀ, ਜਾਂ ਹਿੰਦੁਸਤਾਨ 'ਚ ਜੋ ਹੋ ਰਿਹਾ, ਸਰਕਾਰਾਂ ਅੰਨੀਆਂ ਬੋਲੀਆਂ ਹੋ ਰਹੀਆਂ, ਲੋਕ ਮਰ ਰਹੇ ਨੇ, ਮੈਡੀਸਨ ਨਹੀਂ ਮਿਲ ਰਹੀ, ਆਕਸੀਜਨ ਨਹੀਂ ਮਿਲ ਰਹੀ, ਹਸਪਤਾਲਾਂ 'ਚ ਲੋਕ ਮਰ ਰਹੇ ਨੇ, ਜਦ ਕਿ ਹਸਪਤਾਲ 'ਚ ਬੰਦਾ ਬਚਣ ਲਈ ਜਾਂਦਾ ਲੇਕਿਨ ਹਸਪਤਾਲ 'ਚ ਮਰ ਕੇ ਆਉਂਦਾ। ਸੋ ਇਹ ਇੱਕ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਇੰਡੀਅਨ ਸਿਸਟਮ ਨੂੰ, ਇੰਡੀਅਨ ਗੌਰਮੈਂਟ ਨੂੰ, ਔਰ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਅਸੀਂ ਮਾਰ ਕਿੱਥੋਂ ਖਾ ਰਹੇ ਹਾਂ। ਇੱਕ ਪਾਸੇ ਬੱਚੇ ਅੱਜ ਸਾਡੇ ਪੜ੍ਹ ਕੇ ਨਾ ਕੋਈ ਵਕੀਲ ਬਣਨ ਦੀ ਗੱਲ ਕਰਦਾ ਹੈ, ਨਾ ਕੋਈ ਡਾਕਟਰ ਬਣਨ ਦੀ ਗੱਲ ਕਰਦਾ। ਹਰ ਬੱਚੇ ਦਾ ਇੱਕੋ ਹੀ ਟਾਰਗੇਟ ਹੈ ਕਿ ਬਸ ਪੜ੍ਹ ਕੇ ਆਈਲੈਟਸ ਕਰਨੀ ਹੈ ਤੇ ਕੈਨੇਡਾ ਅਮਰੀਕਾ ਜਾਣਾ। ਅਸੀਂ ਸਾਰੇ ਭੱਜਣਾ ਸ਼ੁਰੂ ਹੋ ਗਏ ਹਾਂ। ਮਜਬੂਰੀ ਇਹ ਹੈ ਕਿ ਇੱਥੇ ਸੇਫਟੀ ਨਹੀਂ ਹੈ, ਮਾਂ ਬਾਪ ਵੀ ਕਹਿੰਦੇ ਆ। ਸੋ ਬੜੀਆਂ ਮਤਲਬ ਪ੍ਰੋਬਲਮਸ ਹੈ। ਇਹ ਸਮਾਜ ਸਾਡਾ ਜਿਹੜਾ ਬਹੁਤ ਜ਼ਿਆਦਾ ਇਸ ਵਕਤ ਵਿਚਾਰਨ ਵਾਲਾ, ਸੋਚਣ ਵਾਲਾ ਹੈ। ਸੋ ਜਾਗਰਤੀ ਜਿਹੜੀ ਹੈ ਬਲਵੀਰ ਨੇ ਇਹਦੇ 'ਚ ਕੀਤੀ ਹੈ, ਤੇ ਉਮੀਦ ਕਰਦੀ ਹਾਂ ਕਿ ਲੋਕੀ ਜਿਹੜੇ ਲੋਕ ਸੁਣਨਗੇ, ਹੈ ਨਾ, ਤੇ ਉਹ ਬਹੁਤ ਜ਼ਿਆਦਾ ਇਸ ਚੀਜ਼ ਨੂੰ ਪਸੰਦ ਵੀ ਕਰਨਗੇ। ਤੇ ਬੇਨਤੀ ਇਹ ਵੀ ਕਰਦੇ ਹਾਂ ਕਿ ਇਸ ਗਾਣੇ ਨੂੰ ਸੁਣਨਾ ਚਾਹੀਦਾ, ਸਾਰੇ ਸੁਣੋ। ਗਾਣੇ ਦਾ ਟਾਈਟਲ ਜਿਹੜਾ ਹੈ ਉਹ ਕੁਝ ਹੋਰ ਹੈ, ਲੇਕਿਨ ਗਾਣੇ ਦੇ ਵਿੱਚ ਕੁਝ ਹੋਰ ਹੈ। ਗਾਣੇ ਦਾ ਜਿਹੜਾ ਟਾਈਟਲ ਹੈ ਉਹ ਸ਼ਬਦ ਅਰਥ ਨਹੀਂ ਹੈਗਾ, ਉਹ ਸਿਰਫ ਅੱਖਰਾਂ ਦਾ ਹੀ ਹੈ, ਐ ਵਤਨ ਐ ਮੁਲਕ ਮੇਰੇ। ਪਰ ਅੱਗੇ ਜਿਹੜੀ ਗਾਣੇ ਦੀ ਗੱਲ ਜਿਹੜੀ ਹੈ ਨਾ ਉਹ ਕੁਝ ਹੋਰ ਹੈ। ਉਹ ਜਦੋਂ ਤੁਸੀਂ ਵੀਡੀਓ ਦੇਖੋਗੇ ਤੁਹਾਨੂੰ ਫਿਰ ਪਤਾ ਲੱਗੂਗਾ ਵੀ ਇਹ ਗਾਣੇ ਦਾ ਨਾਂ ਰੱਖਣ ਦੀ ਕਿਉਂ ਜ਼ਰੂਰਤ ਪਈ ਹੈ। ਜਿੱਦਾਂ ਕਿ ਇਹ ਮੁਲਕ ਮੇਰੇ, ਮੈਂ ਇਹ ਗਾਣਾ ਪੂਰਾ ਸੁਣਿਆ ਵੀ ਹੈ, ਦੇਖਿਆ ਵੀ ਹੈ। ਇਸ ਗਾਣੇ ਵਿੱਚ ਤੁਸੀਂ ਕਈ ਚੀਜ਼ਾਂ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਸਾਨੀ ਜਿਹੜੀ ਸਾਡੀ ਪ੍ਰੋਬਲਮ ਚੱਲ ਰਹੀ ਹੈ ਪਿਛਲੀ 1.5-2 ਸਾਲ ਤੋਂ, ਲਗਾਤਾਰ ਕਿਸਾਨ ਧਰਨੇ ਤੇ ਬੈਠਾ, ਉਸ ਨੂੰ ਵੀ ਤੁਸੀਂ ਇਸ ਗਾਣੇ 'ਚ ਸ਼ਾਮਿਲ ਕੀਤਾ। ਜਿਹੜੇ ਸਾਡੇ ਬੱਚੇ ਪੜ੍ਹ ਲਿਖ ਕੇ ਬਾਹਰ ਜਾ ਰਹੇ ਨੇ, ਨੌਕਰੀ ਲਈ ਜਾ ਰਹੇ ਨੇ ਜਾਂ ਹਾਇਰ ਸਟੱਡੀ ਲਈ ਜਾ ਰਹੇ ਆ, ਉਸ ਨੂੰ ਵੀ ਤੁਸੀਂ ਟੱਚ ਕੀਤਾ। ਜਿਹੜੀ ਭੁੱਖਮਰੀ ਆ, ਮਤਲਬ ਲੋਕਾਂ ਨੂੰ ਰੋਟੀ ਵੀ ਜਿਹੜੀ ਖਾਣ ਨੂੰ ਨਹੀਂ ਮਿਲਦੀ, ਉਸ ਚੀਜ਼ ਨੂੰ ਵੀ ਤੁਸੀਂ ਟੱਚ ਕੀਤਾ। ਭ੍ਰਸ਼ਟਾਚਾਰ ਨੂੰ ਵੀ ਤੁਸੀਂ ਟੱਚ ਕੀਤਾ, ਨਸ਼ੇ ਨੂੰ ਵੀ ਤੁਸੀਂ ਟੱਚ ਕੀਤਾ। ਵੀ ਸਾਰੀ ਪ੍ਰੋਬਲਮਸ ਨੂੰ ਤੁਸੀਂ ਬਹੁਤ ਬੜੇ ਬਖੂਬੀ ਨਾਲ ਤੁਸੀਂ ਇੱਕ ਗੀਤ ਵਿੱਚ ਪਰੋਇਆ। ਨਾ ਸਿਰਫ ਪਰੋਇਆ ਬਲਕਿ ਉਸ ਦੀ ਵੀਡੀਓ ਵੀ ਜਿਹੜੀ ਹੈ ਬਹੁਤ ਵਧੀਆ ਬਣੀ ਆ। ਤੇ ਇਹ ਕਿੱਦਾਂ ਮਤਲਬ ਕਿ ਸਫਲ ਕਿੱਦਾਂ ਹੋਏ, ਕਿੰਨਾ ਕੁ ਚਿਰ ਲੱਗਿਆ, ਕਿੱਦਾਂ ਧਿਆਨ ਆਇਆ ਵੀ ਹਾਂ ਯਾਰ ਵੱਡੀਆਂ ਪ੍ਰੋਬਲਮ ਹੈ, ਇਹਨਾਂ ਨੂੰ ਇੱਕ ਗੀਤ ਵਿੱਚ ਪਰੋਇਆ ਜਾਏ? ਗੋਇਲ ਸਾਹਿਬ, ਬਹੁਤ ਖੂਬਸੂਰਤ ਸਵਾਲ ਤੁਸੀਂ ਕੀਤਾ ਹੈ, ਕਿਉਂਕਿ ਅਸੀਂ ਕਲਾਕਾਰ ਹਾਂ। ਸੂਫੀ ਬਲਬੀਰ, ਬਲਕਿ ਹੁਣ ਅੱਜ ਤੋਂ ਬਾਅਦ ਆਜ਼ਾਦ ਸੂਫੀ ਬਲਬੀਰ, ਕਿਉਂਕਿ ਇਹ ਗੀਤ ਜਦੋਂ ਅਸੀਂ ਕਰਨ ਲੱਗੇ, ਮੇਰੇ ਕਈ ਮਿੱਤਰ ਪਿਆਰਿਆਂ ਨੇ ਇਹ ਕਿਹਾ ਕਿ ਯਾਰ ਇਦਾਂ ਦਾ ਗੀਤ ਤੂੰ ਵੇਖ ਲੈ, ਤੂੰ ਕਰਨ ਲੱਗਿਆ ਵੇਖ ਲੈ। ਮੈਂ ਕਿਹਾ ਮੈਂ ਕੁਝ ਨਹੀਂ ਵੇਖ ਲੈ, ਇਹ ਗੀਤ ਕਰਨਾ ਤੇ ਕਰਨਾ। ਤੁਹਾਨੂੰ ਇਹ ਵੀ ਸਮਝਾਇਆ ਗਿਆ ਵੀ ਇਦਾਂ ਦੇ ਗੀਤ ਨਹੀਂ ਗਾਈਦੇ, ਇਹ ਸਰਕਾਰਾਂ ਦੇ ਖਿਲਾਫ ਜਾਂਦਾ ਹੈ, ਇਹ ਉਹਦੇ ਖਿਲਾਫ ਜਾਂਦਾ ਹੈ। ਮੈਂ ਕਿਹਾ ਯਾਰ ਜੇ ਸੱਚ ਬੋਲਣਾ ਗੁਨਾਹ ਹੈ, ਇਹ ਗੁਨਾਹ ਮੈਂ ਬਾਰ-ਬਾਰ ਕਰਾਂਗਾ।
ਮੈਂ ਕਿਹਾ ਅਗਰ ਇਹ ਗੱਲ ਭਗਤ ਸਿੰਘ ਹੋਰਾਂ ਨੇ ਸੋਚੀ ਹੁੰਦੀ ਫਿਰ ਤਾਂ ਉਹ ਕਦੀ ਵੀ ਕੁਝ ਨਾ ਕਰਦੇ। ਕਿੰਨੇ ਯੋਧੇ ਹੋਏ ਨੇ, ਤਾਂ ਅਸੀਂ ਤਾਂ ਆਪਣੀ ਆਰਟ ਦੇ ਰਾਹੀਂ ਆਰਟ ਨੂੰ ਚਮਕਾਇਆ। ਕਲਾਕਾਰ ਸਾਨੂੰ ਸਾਡੇ ਲੋਕਾਂ ਨੇ ਬਣਾਇਆ। ਜੇ ਅਸੀਂ ਆਪਣੇ ਲੋਕਾਂ ਦੀ ਆਵਾਜ਼ ਨਹੀਂ ਬਣ ਸਕਦੇ ਤੇ ਸਾਨੂੰ ਲੋਕਾਂ ਦੇ ਕਲਾਕਾਰ ਅਖਵਾਉਣ ਦਾ ਕੋਈ ਹੱਕ ਨਹੀਂ ਹੈ। ਤੇ ਸੋ ਬਸ ਇਹੋ ਜਿਹੇ ਗੀਤ ਬਣਾਉਣ ਲਈ ਪਾਗਲਪਨ ਚਾਹੀਦਾ ਹੁੰਦਾ ਹੈ। ਲਿਖਣ ਵਾਸਤੇ ਵੀ ਇੱਕ ਪਾਗਲਪਨ ਚਾਹੀਦਾ ਹੈ ਕਿ ਤੁਸੀਂ ਮਹਿਸੂਸ ਕਰੋ ਉਸ ਪ੍ਰੋਬਲਮ ਨੂੰ, ਉਸ ਦਰਦ ਨੂੰ, ਆਪਣੀ ਮਿੱਟੀ ਦੀ ਪੀੜ ਨੂੰ ਮਹਿਸੂਸ ਜਦੋਂ ਕਰਦੇ ਹੋ ਤਾਂ ਇਦਾਂ ਦੀਆਂ ਰਚਨਾਵਾਂ ਗੀਤ ਲਿਖ ਹੁੰਦੇ ਨੇ। ਤੇ ਉਹਨੂੰ ਫਿਰ ਰਿਕਾਰਡ ਕਰਨਾ, ਉੱਤੇ ਵੀ ਪੈਸੇ ਲੱਗਦੇ ਨੇ, ਵੀਡੀਓ ਕਰਨ ਤੇ ਵੀ, ਹਰ ਚੀਜ਼ ਤੇ। ਬਟ ਉਹਦੇ ਲਈ ਇੱਕ ਪਾਗਲਪਨ ਚਾਹੀਦਾ ਕਿ ਮੈਂ ਇਹ ਕਰਨਾ ਤੇ ਕਰਨਾ। ਸੋ ਸੋਚਿਆ ਸੀ ਕਰਨਾ ਤੇ ਹੋ ਗਿਆ। ਸੋ ਅੱਗੇ ਤੁਹਾਡੇ ਹੱਥ ਹੈ, ਇਹ ਲੋਕਾਂ ਦਾ ਗੀਤ ਲੋਕਾਂ ਤੱਕ ਪਹੁੰਚਾ ਦਿੱਤਾ ਹੈ। ਸੋ ਮੈਂ ਤਾਂ ਕਹਾਂਗਾ ਕਿ ਇਸ ਗੀਤ ਨੂੰ ਅਗਰ ਚੰਗਾ ਲੱਗੇ ਤਾਂ ਸ਼ਾਬਾਸ਼ ਦਿਓ, ਅਗਰ ਨਾ ਚੰਗਾ ਲੱਗੇ ਤਾਂ ਵੀ ਜੋ ਲਿਖਣਾ ਚਾਹੁੰਦੇ ਹੋ ਲਿਖੋ। ਪਰ ਗੱਲ ਪਹੁੰਚਣੀ ਚਾਹੀਦੀ ਆ ਉਹ ਲੋਕ ਜਿਨ੍ਹਾਂ ਨੇ ਕਿਸੇ ਕਵੀ ਨੂੰ ਇਹ ਕਹਿਣ ਲਈ ਮਜਬੂਰ ਕੀਤਾ ਕਿ ਇਹ ਦੇਸ਼ ਮੇਰੇ, ਤੂੰ ਜਾਨ ਮੇਰੀ, ਪਹਿਚਾਨ ਮੇਰੀ, ਮੁਸਕਾਨ ਮੇਰੀ, ਮੈਂ ਤੇਰਾ ਤੂੰ ਮੇਰਾ ਏ, ਦੱਸ ਕਾਹਦਾ ਪਰਦਾ, ਹੁਣ ਤੈਨੂੰ ਆਪਣਾ ਦੇਸ਼ ਕਹਿਣ ਨੂੰ ਜੀ ਨਹੀਂ ਕਰਦਾ। ਕਿਉਂ ਨਹੀਂ ਕਰਦਾ ਬਈ? ਇਹ ਵੱਡਾ ਸਵਾਲ ਆ ਜਿਹੜਾ ਤੁਸੀਂ ਕਿ ਜਿਹੜਾ ਬੰਦਾ ਮੁਹੱਬਤ ਕਰਦਾ ਹੈ ਆਪਣੇ ਦੇਸ਼ ਨੂੰ, ਉਹ ਇੰਨਾ ਮਜਬੂਰ ਕਿਉਂ ਹੋਇਆ ਕਿ ਆਪਣੇ ਦੇਸ਼ ਨੂੰ ਦੇਸ਼ ਕਹਿਣ ਨੂੰ ਜੀ ਨਹੀਂ ਕਰਦਾ? ਤੇ ਇਹ ਇਕੱਲੀ ਸੂਫੀ ਬਲਵੀਰ ਦੀ ਗੱਲ ਨਹੀਂ ਹੈ। ਉਹ ਜਿਹੜੇ ਲੱਖਾਂ ਲੋਕ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਨੇ, ਸਟੱਡੀ ਦੇ ਨਾਂ ਤੇ ਜਾਂਦੇ ਨੇ ਤੇ ਮੁੜ ਕੇ ਨਹੀਂ ਆਉਂਦੇ। ਉਹ ਸਟੱਡੀ ਉਹਨਾਂ ਦਾ ਮਕਸਦ ਨਹੀਂ ਹੈ, ਉਹਨਾਂ ਦਾ ਮਕਸਦ ਉੱਥੇ ਸੈਟਲ ਹੋਣਾ ਹੈ। ਅਗਰ ਜੇ ਉਹ ਭੱਜ ਰਹੇ ਨੇ ਇੱਥੋਂ, ਉਹਨਾਂ ਨੂੰ ਕਿਉਂਕਿ ਸਿਕਿਉਰਿਟੀ ਨਹੀਂ ਦਿਸ ਰਹੀ। ਨਹੀਂ, ਇੰਨਾ ਵੀ ਨਹੀਂ, ਲੱਖਾਂ ਰੁਪਏ ਖਰਚ ਕਰਕੇ ਮੈਂ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਤਾਂ ਜਾ ਰਹੇ ਨੇ ਯਾਰ। ਇਕਲੌਤੇ ਪੁੱਤਰ ਧੀਆਂ ਜਾ ਰਹੇ ਨੇ, ਠੀਕ ਹੈ ਜੀ। ਬਟ ਆਪਣਾ ਆਲਣਾ ਛੱਡਣਾ, ਇਹਦੇ ਵਿੱਚ ਅੱਗੇ ਜ਼ਿਕਰ ਆਉਂਦਾ ਹੈ ਕਿ ਜਿੱਥੇ ਬਾਲ ਕਰਨ ਮਜ਼ਦੂਰੀਆਂ ਤੇ ਮੁੱਕਣ ਨਾ ਮਜਬੂਰੀਆਂ, ਹੱਡ ਭੰਨਵੀਂ ਮਿਹਨਤ ਕਰਕੇ ਵੀ ਹੁੰਦੀਆਂ ਨਹੀਂ ਰੀਝਾਂ ਪੂਰੀਆਂ। ਪੰਛੀ ਵੀ ਆਲਣਾ ਛੱਡ ਜਾਂਦਾ ਜਦੋਂ ਭੁੱਖਾ ਮਰਦਾ। ਆਲਣਾ ਛੱਡਣਾ ਸੌਖਾ ਨਹੀਂ। ਜਦੋਂ ਕੋਈ ਆਲਣਾ ਛੱਡਦਾ ਹੈ ਨਾ, ਜਦੋਂ ਪਰਿੰਦੇ ਨੂੰ ਦੱਸੇ ਕਿ ਇੱਥੇ ਚੋਗ ਨਹੀਂ ਮਿਲਦੀ, ਮੈਂ ਭੁੱਖਾ ਮਰ ਜਾਵਾਂਗਾ, ਫਿਰ ਉਹ ਦੌੜਦਾ ਹੈ, ਕੋਸ਼ਿਸ਼ ਕਰਦਾ ਹੈ। ਤੇ ਸੋ ਕਿਉਂਕਿ ਮੈਂ ਜਿਵੇਂ ਸ਼ੁਰੂ 'ਚ ਗੱਲ ਕਹੀ ਸੀ ਕਿ ਸੂਫੀ ਬਲਵੀਰ ਦੀ ਇਹ ਕਾਮਨਾ ਹੈ, ਇਹ ਮੇਰੀ ਇੱਛਾ ਹੈ ਕਿ ਮੇਰਾ ਮੁਲਕ ਇੰਨੀ ਤਰੱਕੀ ਕਰੇ, ਇੰਨਾ ਸੋਹਣਾ ਹੋਵੇ ਕਿ ਬਾਹਰਲੇ ਮੁਲਕਾਂ ਵਾਲੇ ਲੋਕ ਇੱਥੇ ਵਸਣਾ ਪਸੰਦ ਕਰਨ, ਇਹਦਾ ਜ਼ਿਕਰ ਕਰਨ। ਤੇ ਸੋ ਕਿਉਂਕਿ ਅੱਜ ਸਾਡਾ ਪੋਲੀਟੀਕਲ ਸਿਸਟਮ, ਮੈਂ ਉਹਦੇ ਬਾਰੇ, ਮੈਂ ਕਿਉਂਕਿ ਕੋਈ ਪੋਲੀਟੀਕਲ ਲੀਡਰ ਨਹੀਂ ਆ, ਬਟ ਮੈਂ ਇੱਕ ਕਵੀ ਹਾਂ, ਮੈਂ ਇੱਕ ਸ਼ਾਇਰ ਹਾਂ, ਮੈਂ ਇੱਕ ਗਾਉਣ ਵਾਲਾ ਹਾਂ। ਤੇ ਮੈਨੂੰ ਜੋ ਮਹਿਸੂਸ ਹੋਇਆ ਉਹ ਮੈਂ ਲਿਖਿਆ, ਉਹ ਗੀਤ ਦੇ ਵਿੱਚ ਤੁਸੀਂ ਸੁਣ ਹੀ ਲਿਆ। ਮੈਂ ਚਾਹੁੰਦਾ ਸੀਗਾ ਵੀ ਜਿਹੜੇ ਤੁਸੀਂ ਗੀਤ ਲਿਖਿਆ ਹੈ ਔਰ ਗਾਇਆ ਹੈ, ਇਹ ਜਿਹੜੇ ਇਸ ਦੇ ਥੋੜ੍ਹਾ ਜਿਹਾ ਗਾ ਕੇ ਥੋੜ੍ਹਾ ਜਿਹਾ ਇੰਟਰਸਟ ਜ਼ਿਆਦਾ ਬਣੇਗਾ। ਹਾਂ, ਸਿੱਧੂ ਸਾਹਿਬ ਮੇਰੇ ਲਈ ਬੜੇ ਫਖਰ ਦੀ ਗੱਲ ਹੈ ਕਿ ਜਦੋਂ ਮੈਂ ਸ਼ੁਰੂਆਤ ਕੀਤੀ ਜਲੰਧਰ ਤੋਂ, ਤੇ ਮੈਂ ਸਿੱਧੂ ਸਾਹਿਬ ਨਾਲ ਪਿੱਛੇ ਕੋਰਸ ਗਾਉਂਦਾ ਰਿਹਾ। ਤੇ ਹਾਂ, ਮੈਂ ਉੱਥੋਂ ਬੇਸਿਕ ਸਟੇਜਾਂ ਸਿੱਧੂ ਸਾਹਿਬ ਨਾਲ ਮੇਰੀਆਂ ਸ਼ੁਰੂ ਹੋਈਆਂ। ਤੇ ਸੋ ਅੱਜ ਮੇਰੇ ਨਾਲ ਇਸ ਖਾਸ ਗੀਤ ਲਈ, ਕਿਉਂਕਿ ਸਿੱਧੂ ਸਾਹਿਬ ਇਹ ਗੀਤ ਮੇਰੇ ਲਈ ਬਹੁਤ ਖਾਸ ਹੈ। ਮੈਂ ਜਦੋਂ ਇਹਨੂੰ ਲਿਖ ਰਿਹਾ ਸੀ ਤੇ ਮੈਂ ਇੱਕ ਨਿੱਕਾ ਜਿਹਾ ਸ਼ੇਰ ਲਿਖਿਆ ਸੀਗਾ ਕਿ ਹੰਝੂਆਂ ਵਿੱਚ ਡੁੱਬੇ ਰਹਿੰਦੇ ਨੇ ਫਿਰ ਵੀ ਮੇਰੇ ਨੈਣ ਪਿਆਸੇ ਆ। ਹੰਝੂਆਂ ਵਿੱਚ ਡੁੱਬੇ ਰਹਿੰਦੇ ਨੇ ਫਿਰ ਵੀ ਮੇਰੇ ਨੈਣ ਪਿਆਸੇ ਆ। ਮੇਰੇ ਸਾਰੇ ਗੀਤ ਨੇ ਇੱਕ ਪਾਸੇ, ਮੇਰਾ ਇਹ ਗੀਤ ਇੱਕ ਪਾਸੇ ਆ। ਸੋ ਮੇਰਾ ਇਹ ਗੀਤ, ਮੇਰੇ ਸਾਰੇ ਗੀਤ ਜੇ ਸਾਰੇ ਵੀ ਤੋਲੀਏ ਤੇ ਇਹ ਗੀਤ ਨੂੰ ਮੈਂ ਕਹਾਂਗਾ ਕਿ ਇਹ ਸਾਰੇ ਗੀਤ ਇਸ ਗੀਤ ਦੇ ਬਰਾਬਰ ਨਹੀਂ ਹੈ। ਤਕੜੀ ਚ ਪਾਈਏ ਤੇ ਇਕੱਲਾ ਹੀ ਬਹੁਤ। ਨਹੀਂ, ਬਿਲਕੁਲ ਇਹ ਗੱਲ ਫੈਕਟ ਹੈਗੀ ਹੈ। ਤੁਸੀਂ ਤਾਂ ਆਪਣੀ ਗੀਤਾਂ ਦੀ ਗੱਲ ਕਰ ਰਹੇ ਹੋ। ਮੈਂ ਜਿੰਨੇ ਕੁ ਮੈਂ ਸੁਣਿਆ, ਹੋ ਸਕਦਾ ਮੈਂ ਘੱਟ ਸੁਣੇ ਹੁਣ, ਮੈਂ ਇਹ ਨਹੀਂ ਕਹਿੰਦਾ ਵੀ ਮੈਂ ਸਾਰੇ ਹੀ ਸੁਣੇ ਹੋਏ ਆ, ਪਰ ਜਿੰਨੇ ਕੁ ਮੈਂ ਸੁਣਿਆ, ਮੈਂ ਵੀ ਇਹਨਾਂ ਨੂੰ, ਇਹ ਜਿਹੜਾ ਗੀਤ ਹੈ ਅਨੋਖਾ ਹੀ ਗੀਤ ਹੈ। ਮੈਂ ਪਹਿਲੀ ਵਾਰ ਅਜਿਹਾ ਗੀਤ ਸੁਣਿਆ। ਲਓ ਜੀ, ਫਿਰ ਆਪਣੇ ਦਰਸ਼ਕਾਂ ਨੂੰ ਸੁਣਾ ਦਈਏ ਸਿੱਧੂ ਸਾਹਿਬ। ਐ ਦੇਸ਼ ਮੇਰੇ, ਤੂੰ ਜਾਨ ਮੇਰੀ, ਪਹਿਚਾਨ ਮੇਰੀ, ਮੁਸਕਾਨ ਮੇਰੀ, ਮੈਂ ਤੇਰਾ ਤੂੰ ਮੇਰਾ ਏ, ਦੱਸ ਕਾਹਦਾ ਪਰਦਾ, ਹੁਣ ਤੈਨੂੰ ਆਪਣਾ ਦੇਸ਼ ਕਹਿਣ ਨੂੰ ਜੀ ਨਹੀਂ ਕਰਦਾ, ਹੁਣ ਤੈਨੂੰ ਆਪਣਾ ਮੁਲਕ ਕਹਿਣ ਨੂੰ ਜੀ ਨਹੀਂ ਕਰਦਾ, ਐ ਦੇਸ਼ ਮੇਰੇ ਤੂੰ ਜਾਨ ਮੇਰੀ। ਸਿੱਧੂ ਸਾਹਿਬ ਅੱਗੇ ਲਿਖਿਆ ਹੈ, ਹਾਂ ਸਿਰ ਉੱਚਾ ਕਰਕੇ ਜਿਉਂਦਾ ਸੈਂ, ਕੀ ਬਣ ਗਿਆ ਏ ਕੀ
ਚਾਹੁੰਦਾ ਸੈਂ ਤੇਰੀ ਹਾਲਤ ਵੇਖੀ ਨਹੀਂ ਜਾਂਦੀ ਸੋਨੇ ਦੀ ਚਿੜੀ ਕਹਾਉਂਦਾ ਸੈਂ ਜਿੱਥੇ ਮਰਿਆਂ ਨੂੰ ਵੀ ਮਿਲਦਾ ਨਹੀਂ ਇੱਜ਼ਤ ਨਾਲ ਪਰਦਾ ਫਿਰ ਉਹਨੂੰ ਆਪਣਾ ਦੇਸ਼ ਕਹਿਣ ਨੂੰ ਜੀ ਨਹੀਂ ਕਰਦਾ ਐ ਦੇਸ਼ ਮੇਰੇ ਤੂੰ ਜਾਨ ਮੇਰੀ। ਵੈਰੀ ਗੁੱਡ। ਸਿੱਧੂ ਸਾਹਿਬ ਤੁਸੀਂ ਵੀ ਕਈ ਚੰਗੇ ਗੀਤ ਗਾਏ ਨੇ। ਮੈਂ ਜਿੱਦਾਂ ਹੁਣ ਬਲਵੀਰ ਸੂਫੀ ਜੀ ਨੇ ਕਿਹਾ ਵੀ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਐਦਾਂ ਪੰਗਾ ਨਹੀਂ ਲਈਦਾ, ਐਦਾਂ ਜਿਹੜੀ ਮਤਲਬ ਲੋਕਾਂ ਦੀ ਪ੍ਰੋਬਲਮਸ ਹੈ ਐਦਾਂ ਉਜਾਗਰ ਨਹੀਂ ਕਰੀਦੀ। ਕਦੀ ਸੋਨੂੰ ਵੀ ਐਦਾਂ ਕਦੀ ਮਹਿਸੂਸ ਹੋਇਆ ਵੀ ਹਾਂ ਯਾਰ ਐਦਾਂ ਦੀਆਂ ਲੋਕੀ ਧਮਕੀਆਂ ਦਿੰਦੇ ਨੇ ਜਾਂ ਐਦਾਂ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਕਲਾਕਾਰ ਨੂੰ ਵੀ ਤਾਂ ਕਰਕੇ ਸ਼ਾਇਦ ਮੇਰੇ ਖਿਆਲ ਇਹ ਗੀਤ ਸਾਹਮਣੇ ਨਹੀਂ ਆ ਰਹੇ? ਨਹੀਂ ਦੇਖੋ ਜੀ, ਬਹੁਤ ਸਾਰੇ ਲੋਕ ਇਦਾਂ ਦੀ ਗੱਲਾਂ ਸਵੀਕਾਰ ਵੀ ਕਰ ਲੈਂਦੇ ਆ। ਅਸੀਂ ਤਾਂ ਚੈਲੰਜ ਸਵੀਕਾਰ ਕਰਦੇ ਹਾਂ ਕਿ ਅਸੀਂ ਤਾਂ ਕਰਾਂਗੇ, ਟਾਸਕ ਦਿਓ ਸਾਨੂੰ ਤੁਸੀਂ। ਮੇਰੇ ਤੇ ਪਤਾ ਨਹੀਂ ਸੈਂਕੜੇ ਗੀਤ ਹੈ ਮੇਰੇ ਜਿਹੜੇ ਸਰਕਾਰਾਂ ਦੇ ਵਿਰੁੱਧ ਵੀ ਹੈ। ਔਰ ਪਿਛਲੇ ਦਿਨੀ ਜਦੋਂ ਕਿਸਾਨੀ ਮਸਲੇ ਦੀ ਗੱਲ ਸ਼ੁਰੂ ਹੋਈ ਹੈ ਤਾਂ ਕਲਾਕਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ, ਕੋਈ ਬੰਦਾ ਭੁੱਲ ਨਹੀਂ ਸਕਦਾ। ਇਸ ਕਿਸਾਨੀ ਸੰਘਰਸ਼ ਦੇ ਵਿੱਚ ਇੰਨਾ ਜ਼ਿਆਦਾ ਲੋਕਾਂ ਨੂੰ ਦੁਨੀਆ ਤੱਕ ਪਹੁੰਚਾਉਣ ਦੇ ਵਿੱਚ ਬਹੁਤ ਸਾਰੇ ਕਲਾਕਾਰਾਂ ਦਾ ਹੱਥ ਹੈ। ਸੋ ਮੈਂ 6 ਗੀਤ ਰਿਕਾਰਡ ਕੀਤੇ ਸੀਗੇ ਔਰ ਉਹਦੇ ਵਿੱਚ ਵੀ ਅਸੀਂ ਬਹੁਤ ਵੱਡੇ ਵੱਡੇ ਕਲਾਕਾਰ ਹੋਰ ਨਾਲ ਲੈ ਕੇ ਅੰਗਰੇਜ਼ ਅਲੀ, ਲੈਂਬਰ ਹੁਸੈਨਪੁਰੀ ਔਰ ਹਸਨ ਮਾਨਕ, ਪੰਮਾ ਡੂਮੇਵਾਲ, ਇਹਨਾਂ ਆਰਟਿਸਟਾਂ ਨੂੰ ਲੈ ਕੇ ਮੈਂ ਗਾਣੇ ਗਾਏ ਸੀ। ਤੇ ਮੈਂ ਇੱਕ ਗਾਣਾ ਗਾਇਆ ਸੀਗਾ, ਮੈਂ ਤੁਹਾਨੂੰ ਉਹ ਗਾਣਾ ਉਹ ਮੈਂ ਗਾਣਾ ਤੁਹਾਨੂੰ ਸੁਣਾਉਣਾ। ਮੈਨੂੰ ਵੀ ਲੋਕਾਂ ਨੇ ਬਹੁਤ ਕਿਹਾ ਸੀਗਾ ਕਿ ਤੁਹਾਨੂੰ ਇਹਦਾ ਨੁਕਸਾਨ ਹੋਊਗਾ। ਮੈਂ ਕਿਹਾ ਕੋਈ ਗੱਲ ਨਹੀਂ, ਜਦੋਂ ਸਾਡੇ ਭੈਣ ਭਰਾ ਨੁਕਸਾਨ ਸਹਿ ਲੈਣਗੇ ਅਸੀਂ ਵੀ ਸਹਿ ਲਾਂਗੇ। ਅਸੀਂ ਵੀ ਤਾਂ ਪਿੰਡਾਂ ਦੇ ਰਹਿਣ ਵਾਲੇ ਆ ਨਾ, ਅਸੀਂ ਵੀ ਕਿਸਾਨਾਂ ਦੇ ਬੱਚੇ ਆ। ਗਰੀਬੀ ਚ ਉੱਠੇ ਹੋਏ ਹਾਂ, ਅਸੀਂ ਡਾਂਗ ਨਾਲ ਨਹੀਂ ਲੜਨਾ, ਅਸੀਂ ਸ਼ਬਦਾਂ ਨਾਲ ਲੜਨਾ, ਅਸੀਂ ਸ਼ਬਦਾਂ ਦੇ ਨਾਲ ਵਾਰ ਕਰਨਾ। ਸੋ ਮੈਂ ਵੀ ਕਿਹਾ ਸੀਗਾ ਹੋ ਦਿਲ ਧੜਕੇ ਮੋਦੀ ਦਾ ਸੁਣ ਕੇ ਸਿੰਘਾਂ ਦੇ ਜੈਕਾਰੇ, ਹੋ ਦਿਲ ਧੜਕੇ ਸੈਂਟਰ ਦਾ ਸੁਣ ਕੇ ਸਿੰਘਾਂ ਦੇ ਜੈਕਾਰੇ। ਓਏ ਤੂੰ ਤਾਂ ਸੋਚਿਆ ਮੁੱਕ ਗਏ ਨੇ, ਤੂੰ ਸੋਚਿਆ ਸੀ ਮੁੱਕ ਗਏ ਨੇ, ਆ ਬੈਠੇ ਭਗਤ ਸਿੰਘ ਨੇ ਸਾਰੇ। ਹੋ ਦਿਲ ਧੜਕੇ ਮੋਦੀ ਦਾ ਹੋ ਸੁਣ ਕੇ ਸਿੰਘਾਂ ਦੇ ਜੈਕਾਰੇ। ਜਿੱਦਾਂ ਸੂਫੀ ਸਾਹਿਬ ਤੁਸੀਂ ਵੀ ਇਸ ਗਾਣੇ 'ਚ ਕਿਸਾਨੀ ਦਾ ਜ਼ਿਕਰ ਕੀਤਾ ਔਰ ਭਾਜੀ ਨੇ ਵੀ ਜਿਹੜੇ ਬੋਲ ਆ ਉਹ ਵੀ ਕਿਸਾਨੀ ਦੇ ਉੱਤੇ ਆ। ਮੈਂ ਇਹ ਕਹਿਣਾ ਚਾਹੁੰਦਾ ਪਿਛਲੇ 1.5-2 ਸਾਲ ਤੋਂ ਕਿਸਾਨ ਇੱਕ ਛੋਟੇ ਜਿਹੇ ਮੁੱਦੇ ਨੂੰ ਲੈ ਕੇ ਉਹ ਖੇਤੀ ਕਾਨੂੰਨਾਂ ਦੇ ਵਿਰੁੱਧ ਧਰਨੇ ਤੇ ਬੈਠੇ ਨੇ। ਔਰ ਤੁਸੀਂ ਦੇਖੋ ਵੀ ਸਰਕਾਰ ਵੱਲੋਂ ਕੋਈ ਮਤਲਬ ਉਹਨਾਂ ਦੀ ਕੋਈ ਫਿਕਰ ਜਾਂ ਉੱਥੇ ਕਈਆਂ ਦੀ ਡੈਥ ਵੀ ਹੋ ਗਈ, 500 ਦੇ ਕਰੀਬ ਕਿਸਾਨਾਂ ਦੀ ਡੈਥ ਵੀ ਹੋ ਗਈ ਹੈ। ਔਰ ਭੁੱਖੇ ਪਿਆਸੇ ਬਹਿਣਾ, ਧਰਨੇ ਤੇ ਬਹਿਣਾ, ਘਰ-ਬਾਰ ਛੱਡ ਕੇ ਬਹਿਣਾ ਬੜਾ ਮੁਸ਼ਕਲ ਕੰਮ ਹੈ। ਸੋਨੂੰ ਕੀ ਲੱਗਦਾ ਵੀ ਇਹ ਸਰਕਾਰਾਂ ਕਿੱਦਾਂ ਦਾ ਮਤਲਬ ਕਿ ਐਟਮੋਸਫੇਅਰ ਬਣ ਗਿਆ ਵੀ ਸਰਕਾਰਾਂ ਜਿਹੜੇ ਆਪਣੇ ਨਾਗਰਿਕ ਆ, ਕੋਈ ਬਾਹਰਲੇ ਨਹੀਂ ਆਏ ਹੋਏ ਵੀ ਬਾਹਰੋਂ ਕੋਈ ਆ ਕੇ ਇੱਥੇ ਬੈਠਾ ਹੋਇਆ ਧਰਨੇ ਤੇ ਬੈਠਾ ਹੋਇਆ, ਸਾਡੇ ਆਪਣੇ ਆ ਜਿਨ੍ਹਾਂ ਨੇ ਚੁਣ ਕੇ ਆਪਾਂ ਸਰਕਾਰਾਂ 'ਚ ਬੰਦੇ ਬਿਠਾਏ ਹੋਏ ਆ। ਤੇ ਇਹ ਮਤਲਬ ਇਹ ਦੂਰੀਆਂ ਕਿਉਂ ਹੋ ਗਈਆਂ? ਕਿਉਂ ਸਰਕਾਰ ਇੱਧਰ ਧਿਆਨ ਨਹੀਂ ਦੇ ਪਾ ਰਹੀ? ਸੋਨੂੰ ਕੀ ਲੱਗਦਾ? ਜ਼ਿੱਦ ਹਮੇਸ਼ਾ ਮਾੜੀ ਹੁੰਦੀ ਹੈ। ਸੋ ਚੰਗੇ ਕੰਮ ਲਈ ਜਿਹੜੀ ਜ਼ਿੱਦ ਹੁੰਦੀ ਹੈ ਉਹ ਜ਼ਿੱਦ ਨਹੀਂ ਹੁੰਦੀ, ਉਹ ਬਲਕਿ ਜਨੂਨ ਹੁੰਦਾ। ਕਿਸਾਨਾਂ ਵਾਲੇ ਪਾਸਿਓਂ ਜਨੂਨ ਹੈ ਕਿ ਇਹ ਕਾਨੂੰਨ ਜਦ ਤੱਕ ਵਾਪਸ ਨਹੀਂ ਹੁੰਦੇ ਤਦ ਤੱਕ ਅਸੀਂ ਇਹਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਾਂਗੇ। ਤੇ ਲੋਕਤੰਤਰ ਦੀ ਪਰਿਭਾਸ਼ਾ ਹੈ ਕਿ ਲੋਕਾਂ ਦੀ ਸਰਕਾਰ ਲੋਕਾਂ ਦੁਆਰਾ ਤੇ ਲੋਕਾਂ ਲਈ। ਸੋ ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਆਪਣੇ ਕਿਸਾਨਾਂ ਦੀ, ਆਪਣੇ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ। ਸਰਕਾਰ ਦਾਅਵਾ ਕਰਦੀ ਹੈ ਕਿ ਇਹ ਜਿਹੜੇ ਕਾਨੂੰਨ ਨੇ ਇਹ ਲੋਕਾਂ ਦੇ, ਕਿਸਾਨਾਂ ਦੇ ਫਾਇਦੇ ਵਾਸਤੇ ਨੇ, ਪਰ ਜਦੋਂ ਕਿਸਾਨ ਉਹਨੂੰ ਪੜ੍ਹ ਕੇ ਵਿਚਾਰ ਕਰਕੇ ਕਹਿੰਦੇ ਨੇ ਕਿ ਸਾਨੂੰ ਇਦਾਂ ਦੇ ਕਾਨੂੰਨ ਨਹੀਂ ਚਾਹੀਦੇ, ਜੇ ਸਰਕਾਰ ਕਹਿੰਦੀ ਚੰਗੇ ਹੈ ਤੇ ਕਿਸਾਨਾਂ ਲਈ ਇਹ, ਕਿਸਾਨ ਉਹਨੂੰ ਸਵੀਕਾਰ ਨਹੀਂ ਕਰਦੇ, ਉਹਨੂੰ ਰੱਦ ਕਰਨ 'ਚ ਤਾਂ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਅਗਰ ਸਰਕਾਰ ਇੱਥੇ ਜ਼ਿੱਦ ਕਰ ਰਹੀ ਹੈ, ਅੜ ਰਹੀ ਹੈ, ਇਹਦਾ ਮਤਲਬ ਦਾਲ 'ਚ ਕੋਈ ਕਾਲਾ ਹੈ। ਸੋ ਇਸੇ ਕਰਕੇ ਦੇਖੋ ਜੀ ਕਿੰਨੀਆਂ ਠੰਡਾਂ, ਅੰਤਾਂ ਦੀ ਠੰਡਾਂ ਦੇ ਵਿੱਚ, ਕੋਰੇ ਦੇ ਵਿੱਚ ਕਿਸਾਨ ਬੈਠੇ ਨੇ। ਇਕੱਲੇ ਬਜ਼ੁਰਗ ਨਹੀਂ, ਬਜ਼ੁਰਗ ਮਾਵਾਂ ਵੀ, ਸਾਡੀਆਂ ਧੀਆਂ ਵੀ, ਭੈਣਾਂ ਵੀ, ਨਿੱਕੇ ਨਿੱਕੇ ਬੱਚੇ ਵੀ, ਜਵਾਨ ਵੀ, ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਨੇ ਉੱਥੇ। ਤੇ ਸੋ ਸ਼ਹੀਦੀ ਬਹੁਤ ਉੱਚਾ ਸੁੱਚਾ ਇੱਕ ਲਫ਼ਜ਼ ਹੈ। ਤੇ ਸੋ ਉਹ ਜਾਨਾਂ ਅਜਾਈਂ ਗਵਾ ਦੇਣੀਆਂ ਬਾਰਡਰਾਂ ਤੇ ਬਿਠਾ ਕੇ, ਉਹਨਾਂ ਦੀਆਂ ਜਾਨਾਂ ਕਿਸੇ ਅਰਥ ਨਾ ਲੱਗ ਸਕਣ। ਇਹਦੇ ਲਈ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਤੁਸੀਂ ਆਪਣੀ ਜ਼ਿੱਦ ਛੱਡੋ, ਆਪਣੇ ਲੋਕਾਂ ਦੀ ਜਿਹੜੀ ਹੱਕੀ ਮੰਗ ਹੈ ਉਹਨੂੰ ਜਲਦ ਤੋਂ ਜਲਦ ਮੰਨਿਆ ਜਾਵੇ, ਤਾਂ ਜੋ ਕਿਸਾਨ ਪਹਿਲਾਂ ਹੀ ਸਟਰਗਲ ਕਰ ਰਹੇ ਨੇ,
ਇਸ ਤੋਂ ਪਹਿਲਾਂ ਇਹ ਕਾਨੂੰਨ ਬਣਨ ਤੋਂ ਪਹਿਲਾਂ ਵੀ ਕਿਸਾਨ ਸੁਸਾਈਡ ਕਰ ਰਹੇ ਨੇ, ਫਾਹੇ ਲੈ ਰਹੇ ਨੇ, ਜ਼ਹਿਰੀਲੀਆਂ ਦਵਾਈਆਂ ਖਾ ਖਾ ਕੇ ਆਪਣੇ ਆਪ ਨੂੰ ਖਤਮ ਕਰ ਰਹੇ ਨੇ ਕਿ ਕਰਜ਼ੇ ਨਹੀਂ ਉਤਰ ਰਹੇ। ਤੇ ਫਿਰ ਜਿਹੜਾ ਪਹਿਲਾਂ ਹੀ ਘਾਟੇ ਵਾਲਾ ਸੌਦਾ ਸੀ ਉਹਦੇ ਵਿੱਚ ਇਹੋ ਜਿਹੇ ਕਾਨੂੰਨ ਬਣਾ ਕੇ ਹੋਰ ਕਿਸਾਨਾਂ ਦਾ, ਮਜ਼ਦੂਰਾਂ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ। ਸੋ ਇਹ ਜਲਦ ਤੋਂ ਜਲਦ ਕਾਨੂੰਨ ਕੈਂਸਲ ਹੋਣੇ ਚਾਹੀਦੇ। ਸੋ ਸਾਹਿਬ ਤੁਹਾਨੂੰ ਲੱਗਦਾ ਇਹ ਤਾਨਾਸ਼ਾਹੀ ਰਵੱਈਆ? ਬਿਲਕੁਲ ਜੀ, ਤਾਨਾਸ਼ਾਹੀ ਹੈ ਜੀ, ਕਿਉਂਕਿ ਜਿਹੜੀ ਸਰਕਾਰ ਹੁੰਦੀ ਹੈ ਅਸਲ 'ਚ ਲੋਕਾਂ ਦੇ ਭਲੇ ਵਾਸਤੇ ਹੁੰਦੀ ਹੈ। ਅਗਰ ਕੋਈ ਬੰਦਾ ਸਾਗ ਨਹੀਂ ਖਾਂਦਾ, ਉਹ ਤੁਹਾਨੂੰ ਧੱਕੇ ਨਾਲ ਤੁਸੀਂ ਕਹੋ ਕਿ ਤੂੰ ਸਾਗ ਹੀ ਖਾ, ਤੈਨੂੰ ਸਾਗ ਹੀ ਖਾਣਾ ਪੈਣਾ, ਉਹਨੂੰ ਕੋ ਨਹੀਂ ਖਾਂਦਾ ਤਾਂ ਭਾਈ ਨਾ ਖਾ, ਤੂੰ ਕਿਸੇ ਹੋਰ ਘਰੇ ਖਾ ਲਾ। ਧੱਕੇ ਨਾਲ ਹੀ ਉਹਨੂੰ ਸਾਗ ਖਵਾਉਣਾ ਤਾਂ ਉਹ ਫਿਰ ਨਹੀਂ ਖਾਊਗਾ ਬੰਦਾ ਨਾ, ਫਿਰ ਉੱਥੇ ਲੜਾਈ ਝਗੜਾ ਹੋਣਾ ਹੀ ਹੈ। ਸੋ ਬੜਾ ਲੰਬਾ ਸਮਾਂ ਹੋ ਗਿਆ, ਅਕਸਰ ਪ੍ਰਾਈਮ ਮਿਨਿਸਟਰ ਨੂੰ ਖੁਦ ਇਹਦੇ 'ਚ ਜਿਹੜਾ ਹੈਗਾ ਦਖਲਅੰਦਾਜ਼ੀ ਕਰਕੇ ਜਾਂ ਆਪਣੀ ਕਮੇਟੀ ਬਣਾ ਕੇ, ਫਾਰਮੈਲਿਟੀ ਦੇ ਤੌਰ 'ਤੇ ਤਾਂ ਬਹੁਤ ਮੀਟਿੰਗਾਂ ਹੋਈਆਂ, ਹੁੰਦੀਆਂ ਰਹਿਣਗੀਆਂ, ਪਤਾ ਨਹੀਂ ਹੋਰ ਕਿੰਨੀਆਂ ਹੋਣੀਆਂ, ਲੇਕਿਨ ਜਦ ਤੱਕ ਇਹਦੇ 'ਤੇ ਉਹਨਾਂ ਨੂੰ ਇਹ ਫੀਲ ਨਹੀਂ ਹੁੰਦਾ ਕਿ ਇਹ ਜੋ ਹੋ ਰਿਹਾ ਗਲਤ ਹੋ ਰਿਹਾ, ਲੋਕੀ ਨਹੀਂ ਲਾਈਕ ਕਰਦੇ, ਲੋਕ ਨਹੀਂ ਪਸੰਦ ਕਰਦੇ, ਤਾਂ ਮੈਨੂੰ ਲੱਗਦਾ ਇਹ ਜਿਹੜਾ ਕਸ਼ਮਕਸ਼ ਬਹੁਤ ਵੱਡੀ ਹੈ। ਪਰ ਹੁਣ ਇਸ ਵਕਤ ਪ੍ਰੈਸ਼ਰ ਬਹੁਤ ਜ਼ਿਆਦਾ ਪੈ ਰਿਹਾ ਗੌਰਮੈਂਟ 'ਤੇ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਭਾਵਨਾ ਵੀ ਹੈ ਕਿ ਇਹ ਮੁੱਦਾ ਜਿਹੜਾ ਬਹੁਤ ਜਲਦੀ ਇਹਦਾ ਅੰਤ ਲਾਜ਼ਮੀ ਹੋਊਗਾ, ਅਤੇ ਉਹਦੇ ਲਈ ਜਿੱਤ ਜਿਹੜੀ ਕਿਸਾਨਾਂ ਦੀ ਪੱਕੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਲੇਕਿਨ ਇੱਕ ਡਰ ਜਿਹੜਾ, ਇੱਕ ਖਾਦਸ਼ਾ, ਮੈਂ ਪਹਿਲਾਂ ਵੀ ਗੱਲ ਕੀਤੀ, ਹੁਣ ਵੀ ਗੱਲ ਕਰ ਰਿਹਾ ਕਿ ਜਿੰਨੇ ਪੰਜਾਬੀਆਂ ਨੇ ਜੰਗਾਂ ਲੜੀਆਂ, ਜਿੰਨੇ ਪੰਜਾਬੀਆਂ ਨੇ ਸੰਘਰਸ਼ ਕੀਤੇ ਆ, ਉਹਨਾਂ ਦੇ ਵਿੱਚ ਇੱਕ ਪ੍ਰੋਬਲਮ ਆਉਂਦੀ ਹੁੰਦੀ ਅਖੀਰ 'ਤੇ ਕਿ ਅਸੀਂ ਆਪਸ ਵਿੱਚ ਲੜ ਪੈਂਦੇ ਆ, ਸਾਡੇ 'ਚ ਫੁੱਟ ਪੈ ਜਾਂਦੀ ਹੈ। ਲੋਕ, ਕੋਈ ਕਹਿੰਦਾ ਮੈਂ ਪੱਛਮ ਜਾਣਾ, ਉਹ ਕਹਿੰਦਾ ਮੈਂ ਪੂਰਬ ਜਾਣਾ, ਉਹ ਕਹਿੰਦਾ ਉੱਤਰ ਜਾਣਾ, ਦੱਖਣ ਜਾਣਾ, ਉਹ ਚਾਰਾਂ ਦੀ ਸੋਚ ਵੱਖਰੀ ਹੋ ਜਾਂਦੀ, ਜਿਹਦੇ ਕਰਕੇ ਸਰਕਾਰਾਂ ਉਹਦਾ ਫਾਇਦਾ ਚੁੱਕ ਲੈਂਦੀਆਂ। ਅਤੇ ਦੁਆ ਇਹੀ ਕਰਦੇ ਆ ਕਿ ਜਿਸ ਤਰ੍ਹਾਂ ਹੁਣ ਤੱਕ ਚੱਲ ਰਿਹਾ, ਬਹੁਤ ਦੇਰ ਤੋਂ ਚੱਲ ਰਿਹਾ, ਇੰਨੀ ਦੇਰ ਚੱਲਣਾ ਵੀ ਬਹੁਤ ਮੁਸ਼ਕਿਲ ਸੀਗਾ, ਐਂਡ ਤੱਕ ਅਗਰ ਸਾਡੀ ਮੈਜੋਰਟੀ ਰਹੀ, ਸਾਡੀ ਯੂਨਿਟੀ ਰਹੀ, ਤੇ ਜਿੱਤ ਜਿਹੜੀ ਸਦਾ ਉਹ ਕਿਸਾਨਾਂ ਦੀ ਹੈ ਤੇ ਕਿਸਾਨਾਂ ਦੀ ਰਹੇਗੀ। ਪਰ ਹੁਣ ਆਸ ਕਰਦੇ ਹਾਂ ਵੀ ਬੜੀ ਜਲਦੀ ਇਹ ਜਿਹੜਾ ਮਸਲਾ ਇਹਦਾ ਹੱਲ ਹੋਣਾ ਚਾਹੀਦਾ ਤੇ ਹੋਏਗਾ, ਆਸ ਹੈ। ਮੈਂ ਤੁਹਾਨੂੰ ਇਹ ਜਿਹੜੇ ਕੁਐਸਚਨ ਪੁੱਛ ਰਿਹਾ ਉਹ ਇਸ ਕਰਕੇ ਪੁੱਛ ਰਿਹਾ ਵੀ ਤੁਸੀਂ ਲੋਕਾਂ ਦਾ ਦਰਦ ਪਹਿਲੇ ਤਾਂ ਸਮਝਦੇ ਹੋ, ਫਿਰ ਲਿਖਦੇ ਹੋ, ਫਿਰ ਉਹਨੂੰ ਗਾਉਂਦੇ ਹੋ, ਲੋਕਾਂ ਤੱਕ ਪਹੁੰਚਾਉਂਦੇ ਹੋ। ਮੈਂ ਇਹ ਗੱਲ ਇਸ ਕਰਕੇ ਪੁੱਛ ਰਿਹਾ ਵੀ ਤੁਹਾਡਾ ਕੀ ਵਿਊ ਹੈ, ਤਾਂ ਕਿ ਲੋਕਾਂ ਤੱਕ ਇੱਕ ਮੈਸੇਜ ਤਾਂ ਜਾਏ ਵੀ ਤੁਸੀਂ, ਕਿਉਂਕਿ ਤੁਸੀਂ ਨਾਲ ਜੁੜੇ ਹੋਏ ਹੋ ਮਿੱਟੀ ਦੇ ਨਾਲ ਜੁੜ ਕੇ। ਕਿਉਂਕਿ ਜਿਹੜਾ ਬੰਦਾ ਲਿਖਦਾ ਹੈ ਨਾ, ਉਹ ਤਾਂ ਹੀ ਲਿਖ ਸਕਦਾ ਜਿਸ ਟਾਈਮ ਉਹਨੂੰ ਪੂਰੀ ਨੌਲੇਜ ਹੋਵੇ, ਉਹਨੇ ਦੁੱਖ ਦਰਦ ਸਿਆ ਹੋਵੇ, ਉਹਨੂੰ ਪਤਾ ਹੋਵੇ ਵੀ ਦੁੱਖ ਦਰਦ ਹੁੰਦਾ ਕੀ ਆ। ਆਵਾਜ਼ 'ਚ ਵੀ ਤਾਂ ਹੀ ਮਿਠਾਸ ਆ ਸਕਦੀ ਹੈ, ਜਾਂ ਉਹ ਭਾਵਨਾ ਤਾਂ ਹੀ ਨਿਕਲ ਸਕਦੀ ਹੈ ਜਦੋਂ ਉਹਨੂੰ ਦਰਦ ਦਾ ਅਹਿਸਾਸ ਹੋਵੇ, ਨਹੀਂ ਤਾਂ ਉਹ ਨਿਕਲ ਨਹੀਂ ਸਕਦੀ। ਅਤੇ ਮੈਂ ਇਹ ਜਾਣਨਾ ਚਾਹੁੰਦਾ ਬਲਵੀਰ ਵੀ ਇਹ ਇਸ ਟਾਈਮ ਸਰਕਾਰਾਂ ਜਿੱਦਾਂ ਤੁਸੀਂ ਇੰਨੀ ਪ੍ਰੋਬਲਮ ਤੁਸੀਂ ਦੇਖ ਲਈ, ਤੁਸੀਂ ਗਾ ਵੀ ਲਿੱਤੀ, ਤੁਸੀਂ ਲਿਖ ਵੀ ਲਿੱਤੀ, ਗਾ ਵੀ ਲਿੱਤੀ, ਕਿ ਸਰਕਾਰਾਂ ਨੂੰ ਇਹ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ ਜਿਨ੍ਹਾਂ ਨੂੰ ਐਸੀ ਚੁਣ ਕੇ ਭੇਜਿਆ, ਜਾਂ ਐਸੀ ਮਤਲਬ ਕਿ ਗਲਤ ਹੈ, ਜਾਂ ਸਰਕਾਰਾਂ ਗਲਤ ਹੈ? ਕੀ ਕਹਾਣੀ ਕੀ ਹੈ, ਤੁਹਾਨੂੰ ਕੀ ਲੱਗਦਾ ਇਹ? ਗੋਇਲ ਸਾਹਿਬ, ਮੈਂ ਕਹਿੰਦਾ ਕਿ ਪੰਜਾਬੀ 'ਚ ਇੱਕ ਕਹਾਵਤ ਹੈ ਕਿ ਸੁੱਤੇ ਹੋਏ ਨੂੰ ਜਗਾਇਆ ਜਾ ਸਕਦਾ, ਪਰ ਜਾਗਦੇ ਨੂੰ ਕੌਣ ਜਗਾਵੇ? ਕਿਉਂਕਿ ਜੇ ਸਰਕਾਰ ਨੂੰ ਨਾ ਦਿਸਦਾ ਹੋਵੇ ਫਿਰ ਤੁਹਾਨੂੰ ਦਿਖਾਇਆ ਜਾਵੇ। ਪਰ ਸਰਕਾਰ ਕਿਹੜੀ ਅਰਸ਼ਾਂ ਤੋਂ ਉਤਰੀ ਹੈ? ਅਸੀਂ ਚੁਣ ਕੇ ਭੇਜੀ ਹੈ, ਸਾਡੇ ਪਿੰਡਾਂ ਤੋਂ, ਸ਼ਹਿਰਾਂ 'ਚੋਂ ਗਏ ਨੇ, ਕਸਬਿਆਂ 'ਚੋਂ ਗਏ ਨੇ, ਐਸੀ ਵੋਟਾਂ ਪਾਈਆਂ, ਅਸੀਂ ਵੋਟਾਂ ਪਾਈਆਂ ਨੇ। ਤੇ ਇਹ ਨਹੀਂ ਹੈ ਕਿ ਸਰਕਾਰ ਨੂੰ ਨਹੀਂ ਪਤਾ, ਪਰ ਇੱਥੇ ਸਾਡਾ ਜਿਹੜਾ ਸਿਸਟਮ ਬਣਿਆ ਹੋਇਆ ਇੰਨਾ ਕਰਪਟ ਸਿਸਟਮ ਹੈ, ਉਹ ਜਾਂ ਤਾਂ ਰੱਜਿਆਂ ਨੂੰ ਰਜਾਈ ਜਾਂਦਾ, ਜਾਂ ਜਿਹੜੇ ਭੁੱਖੇ ਲੋਕ ਜਾ ਕੇ ਉੱਥੇ ਬਹਿੰਦੇ ਨੇ ਉਹ ਆਪਣੇ ਵਾਸਤੇ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਢੇਰ ਲਾਈ ਜਾਂਦੇ ਨੇ ਦੌਲਤਾਂ ਇਕੱਠੇ ਕਰ ਕਰਕੇ। ਤੇ ਸੋ ਕਰਕੇ ਲੋਕਾਂ ਦੀ ਸਰਕਾਰ ਲੋਕਾਂ ਲਈ ਕੰਮ ਨਹੀਂ ਕਰ ਰਹੀ। ਇਹ ਸਾਡੀ ਬਦਕਿਸਮਤੀ ਹੈ। ਇਸੇ ਕਰਕੇ ਅਸੀਂ 21ਵੀਂ ਸਦੀ ਵਿੱਚ ਵੀ ਆਪਣੀ ਜਵਾਨੀ ਨੂੰ ਇਹ ਭਰੋਸਾ ਨਹੀਂ ਦੇ ਸਕੇ ਕਿ ਤੁਸੀਂ ਬਾਹਰਲੇ ਮੁਲਕਾਂ ਵੱਲ ਨਾ ਭੱਜੋ, ਤੁਹਾਨੂੰ ਇੱਥੇ ਸੋਸ਼ਲ ਸਿਕਿਉਰਿਟੀ ਮਿਲੇਗੀ, ਇੱਥੇ ਤੁਹਾਨੂੰ ਚੰਗੀ ਜ਼ਿੰਦਗੀ ਜੀਣ ਦੇ ਅਵਸਰ ਪੈਦਾ ਹੋਣਗੇ। ਇਸੇ ਕਰਕੇ ਬੱਚੇ ਇੱਥੋਂ ਦੌੜ ਰਹੇ ਨੇ। ਬਸ ਇਹੀ ਅਫਸੋਸ ਹੈ। ਤਾਂ ਹੀ ਕਰਕੇ ਲਿਖ ਹੋਇਆ ਕਿ ਇਹ ਮੇਰੇ ਮੁਲਕ, ਤੈਨੂੰ ਦੇਸ਼ ਕਹਿਣ ਨੂੰ ਜੀ ਨਹੀਂ ਕਰ ਰਿਹਾ, ਕਿਉਂਕਿ ਤੇਰਾ ਹਾਲ ਇਹ ਬਣਾ ਛੱਡਿਆ ਇੱਥੋਂ ਦੇ ਹਾਕਮਾਂ ਨੇ, ਸ਼ਾਸਕਾਂ ਨੇ। ਅਫਸੋਸ ਦੀ ਗੱਲ ਹੈ। ਸਰ ਸਾਹਿਬ, ਇੱਕ ਮੇਰਾ ਲਾਸਟ ਕੁਐਸਚਨ ਹੈ, ਤੁਹਾਨੂੰ ਕਈ ਪੋਲੀਟੀਕਲ ਪਾਰਟੀਆਂ ਨੇ ਅਪਰੋਚ ਕੀਤਾ ਵੀ ਹਾਂ ਜੀ ਤੁਸੀਂ ਸਾਡੇ ਨਾਲ ਜੁੜੋ, ਔਰ ਮੈਨੂੰ ਲੱਗਦਾ ਸ਼ਾਇਦ ਤੁਸੀਂ ਕਿਸੇ ਨੂੰ ਹਾਂ ਵੀ ਨਹੀਂ ਕੀਤੀ ਵੀ ਹਾਂ ਯਾਰ, ਤੇ ਤੁਸੀਂ ਕੀ ਇਹੀ ਸੋਚ ਕੇ ਹਾਂ ਨਹੀਂ ਕੀਤੀ ਵੀ ਇਹ ਯਾਰ ਗੰਦਾ ਕੰਮ ਕਰਾਉਣਾ ਚਾਹੁੰਦੇ ਆ, ਜਾਂ ਲੋਕਾਂ ਤੋਂ ਦੂਰ ਲਿਜਾਣਾ ਚਾਹੁੰਦੇ ਆ, ਜਾਂ ਕੀ ਮਤਲਬ ਕੀ ਸੋਚਦੇ ਸੀ ਉਸ ਟਾਈਮ? ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਨਿੱਜੀ ਮੇਰੀ ਗੱਲ ਇਹ ਹੈਗੀ ਹੈ ਕਿ ਅਸੀਂ ਲੋਕ ਸੰਗੀਤ ਦੇ ਨਾਲ ਬਹੁਤ ਜ਼ਿਆਦਾ ਗਹਿਰੇ ਮਤਲਬ ਜੁੜੇ ਹੋਏ ਵੀ ਹੈ। ਸੰਗੀਤ ਤੋਂ ਪਾਸੇ ਜ਼ਿੰਦਗੀ 'ਚ ਨਾ ਤਾਂ ਅੱਜ ਤੱਕ ਕੁਝ ਸੋਚਿਆ, ਬਹੁਤ ਬੁਰੇ ਦਿਨ ਵੀ ਆਏ ਆ, ਪ੍ਰਾਪਤੀ ਕਰਨ ਤੋਂ ਬਾਅਦ ਵੀ ਬੁਰੇ ਦਿਨ ਆਏ ਆ, ਲੇਕਿਨ ਅਸੀਂ ਸੰਗੀਤ ਨੂੰ ਮਤਲਬ ਛੱਡ ਨਹੀਂ ਸਕੇ, ਨਾ ਛੱਡਣਾ ਨਾ ਛੱਡ ਸਕਦੇ ਹਾਂ, ਮਜਬੂਰੀ ਵੀ ਹੈ। ਔਰ ਇੰਨੀ ਜ਼ਿਆਦਾ ਸਟਰਗਲ ਕੀਤੀ ਹੈ। ਅੱਜ ਪ੍ਰਮਾਤਮਾ ਨੇ ਸਾਰਾ ਕੁਝ ਦਿੱਤਾ ਹੈ, ਲੋਕ ਨਾਲ ਜੁੜੇ ਆ, ਪੂਰੇ ਵਰਲਡ ਦੇ ਲੋਕ ਜੁੜੇ, ਔਰ 100% ਹੀ ਲੋਕ ਨਾਲ ਜੁੜੇ ਆ।
ਬੱਚੇ ਆ, ਬਜ਼ੁਰਗ ਆ, ਸਾਰੇ ਆ। ਸੋ ਇੱਕ ਤਾਂ ਇਹ ਗੱਲ ਹੈ ਕਿ ਜਦੋਂ ਮੈਂ ਇਸ ਲਾਈਨ ਦੇ ਵਿੱਚ ਆਊਂਗਾ ਤੇ ਮੇਰੇ ਨਾਲ ਅੱਧੇ ਲੋਕ ਟੁੱਟਣਗੇ, ਪਾਰਟੀਬਾਜ਼ੀ। ਬਿਲਕੁਲ ਮੈਂ ਉਸ ਪਾਰਟੀਬਾਜ਼ੀ 'ਚ ਨਹੀਂ ਆਉਣਾ ਚਾਹੁੰਦਾ। ਦੂਜੀ ਗੱਲ ਇਹ ਹੈ ਕਿ ਸਾਡੇ ਮੁਲਕ ਦੇ ਵਿੱਚ ਜਿਹੜਾ ਇਹ ਸਿਸਟਮ ਹੈ ਇੱਕ, ਉਹ ਸਿਸਟਮ ਕੋਈ ਬਹੁਤ ਅੱਛਾ ਨਹੀਂ ਹੈ ਕਿ ਜੇ ਮੈਂ ਸੋਚ ਲੈ ਕੇ ਆਊਂਗਾ, ਮੇਰੀ ਸੋਚ ਜਿਹੜੀ ਹੈ, ਕਿਉਂਕਿ ਮੇਰੀ ਕੋਈ ਇਸ ਲਾਈਨ ਦਾ ਮੇਰਾ ਤਜਰਬਾ ਨਹੀਂ ਹੈ, ਮੇਰੀ ਕੁਆਲੀਫਿਕੇਸ਼ਨ ਨਹੀਂ ਹੈ, ਮੈਨੂੰ ਇਹਦੇ ਬਾਰੇ ਨੌਲੇਜ ਨਹੀਂ, ਮੈਂ ਬੋਲ ਲੈਣਾ ਗੱਲ ਵੱਖਰੀ ਹੈ, ਲੇਕਿਨ ਸਿਆਸਤ ਬਾਰੇ ਮੈਨੂੰ ਨੌਲੇਜ ਨਹੀਂ। ਇਹੀ ਤਾਂ ਸਾਡੀ ਬਦਕਿਸਮਤੀ ਹੈ ਕਿ ਜਿਹੜਾ ਬੰਦਾ, ਕਿਸੇ ਬੰਦੇ ਦੀ ਫਿਲਮ ਹਿੱਟ ਹੋ ਗਈ, ਉਹਨੂੰ ਕਹਿੰਦੇ ਇਹਨੂੰ ਬੰਦੇ ਨੂੰ ਤੁਸੀਂ ਖੜਾ ਕਰ ਦਿਓ, ਜਾਂ ਕੋਈ ਬੰਦਾ ਸਟੇਜ ਤੇ 4 ਵਾਰੀ ਵਧੀਆ ਬੋਲ ਗਿਆ, ਭਾਸ਼ਣ ਬੋਲ ਗਿਆ, ਤੇ ਉਹ ਬੰਦੇ ਨੂੰ ਕਹਿੰਦੇ ਇਹਨੂੰ ਖੜਾ ਕਰ ਦਿਓ। ਐਦਾਂ ਥੋੜ੍ਹੀ ਹੁੰਦਾ। ਸਿਆਸਤ ਕਰਨੀ, ਇੱਕ ਘਰ ਚਲਾਉਣਾ ਬਹੁਤ ਮੁਸ਼ਕਿਲ ਹੈ। ਇਨਸਾਨ ਚਾਹੇ ਉਹਨੇ MA ਕੀਤੀ ਜੇ PhD ਕੀਤੀ, ਆਪਣਾ ਘਰ ਨਹੀਂ ਚਲਾ ਸਕਦਾ, ਠੀਕ ਹੈ ਨਾ। ਤੇ ਮੁਲਕ ਚਲਾਉਣਾ ਜਾਂ ਸਟੇਟ ਚਲਾਉਣੀ ਜਾਂ ਆਪਣਾ ਇਲਾਕਾ ਚਲਾਉਣਾ ਬਹੁਤ ਮੁਸ਼ਕਿਲ ਆ। ਮੈਨੂੰ ਤਾਂ ਲੱਗਦਾ ਕਿ ਇਹੋ ਜਿਹੇ ਲੋਕਾਂ ਨੂੰ ਨਹੀਂ ਚਾਂਸ ਦੇਣੇ ਚਾਹੀਦੇ। ਉਹੋ ਜਿਹੇ ਤੁਸੀਂ ਲੋਕ ਵਿਧਾਇਕ ਚੁਣੋ ਜਿਨ੍ਹਾਂ ਨੂੰ ਤਜਰਬਾ ਹੈ, ਜਿਨ੍ਹਾਂ ਨੂੰ ਨੌਲੇਜ ਹੈ, ਜਿਨ੍ਹਾਂ ਨੇ ਬਹੁਤ ਲੋਕਾਂ ਬਾਰੇ ਜਾਣਦੇ ਹੋਣ, ਪਿੰਡਾਂ ਬਾਰੇ ਜਾਣਦੇ ਹੋਣ, ਸ਼ਹਿਰਾਂ ਬਾਰੇ ਜਾਣਦੇ ਹੋਣ। ਸੋ ਇਸ ਕਰਕੇ ਮੈਂ ਨਹੀਂ ਚਾਹੁੰਦਾ ਕਿ ਮੈਂ ਇਸ ਕਸ਼ਮਕਸ਼ ਦੇ ਵਿੱਚ ਪਾਵਾਂ। ਵੈਸੇ ਵੀ ਰੱਬ ਨੇ ਰੋਟੀ ਦਿੱਤੀ ਹੈ, ਪਿਆਰ ਦਿੱਤਾ, ਇੱਜ਼ਤ ਦਿੱਤੀ ਹੈ, ਔਰ ਮੈਂ ਇਹ ਵੀ ਸਮਝਦਾ ਕਿ ਜ਼ਰੂਰੀ ਨਹੀਂ ਕਿ ਮੈਂ ਕੋਈ MLA ਜਾਂ MP ਬਣ ਕੇ ਹੀ ਸੇਵਾ ਕਰ ਸਕਦਾ। ਸੇਵਾ ਤਾਂ ਅਸੀਂ ਅੱਜ ਕਰੀ ਜਾਂਦੇ ਹਾਂ। ਬਲਵੀਰ ਸੂਖ ਨੇ ਅੱਜ ਸੇਵਾ ਹੀ ਕੀਤੀ ਹੈ, ਪੱਲਿਓਂ ਪੈਸੇ ਲਾ ਕੇ ਪਤਾ ਨਹੀਂ ਕਿੰਨੇ ਮਹੀਨੇ ਜਾ ਕੇ ਗੀਤ ਲਿਖ ਕੇ। ਇਹਦੇ ਤੇ ਕਿਸੇ ਕੰਪਨੀ ਨੇ ਪੈਸੇ ਨਹੀਂ ਲਾਏ, ਨਾ ਹੀ ਕਿਸੇ ਨੇ ਲਾਉਣੇ ਆ, ਕਿਉਂਕਿ ਕੰਪਨੀਆਂ ਕਹਿੰਦੀਆਂ ਛੱਡੋ ਪਰੇ, ਇਹੋ ਜਿਹੇ ਤੇ ਲਾਓ, ਕੋਈ ਇੱਕ ਦਾਰੂ ਦੀ ਬੋਤਲ ਕੁੜੀ ਦੇ ਹੱਥ 'ਚ ਫੜਾਓ, ਗੀਤ ਲੈ ਕੇ ਆਓ, ਰਿਲੀਜ਼ ਕਰ ਦਾਂਗੇ, ਠੀਕ ਹੈ ਨਾ। ਸੋ ਇਹ ਵੀ ਅਸੀਂ ਲੜ ਰਹੇ ਹਾਂ, ਜੰਗ ਲੜ ਰਹੇ ਹਾਂ, ਅਸੀਂ ਗੀਤਾਂ ਨਾਲ ਵੀ ਅਸੀਂ ਲੜਦੇ ਹਾਂ। ਸਾਨੂੰ ਤਲਵਾਰ ਫੜਨ ਦੀ ਲੋੜ ਨਹੀਂ, ਸਾਡੇ ਹੱਥ 'ਚ ਕਲਮ ਫੜੀ ਹੈ, ਮਾਈਕ ਫੜਿਆ। ਸਾਡਾ ਮਾਈਕ ਪੂਰੀ ਦੁਨੀਆ, ਤਲਵਾਰ ਦਾ ਵਾਰ ਜਿਹੜਾ ਹੁੰਦਾ ਨਾ, ਉਹ ਤਾਂ 2-4 ਫੁੱਟ ਤੇ ਜਾਣਾ ਨਾ। ਸਾਡਾ ਜਿਹੜਾ ਵਾਰ ਹੈ ਇਹ ਪੂਰੀ ਦੁਨੀਆ ਤੱਕ ਜਾਂਦਾ। ਸੋ ਮੈਨੂੰ ਲੱਗਦਾ ਕਿ ਜ਼ਰੂਰੀ ਨਹੀਂ ਸਿਆਸਤ 'ਚ ਆਉਣਾ। ਸੇਵਾ ਮੈਂ ਹੁਣ ਵੀ ਕਰ ਰਿਹਾ, ਬਲਵੀਰ ਹੁਣ ਵੀ ਕਰ ਰਿਹਾ, ਤੇ ਅਸੀਂ ਮਰਦੇ ਦਮ ਤੱਕ ਸੇਵਾ ਕਰਦੇ ਰਵਾਂਗੇ। ਚਲੋ, ਥੈਂਕ ਯੂ ਸਰ, ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਤੇ ਇਹ ਸੀਗੇ ਸੂਫੀ ਬਲਵੀਰ ਜੀ। ਹਾਲਾਂਕਿ ਇਹਨਾਂ ਨੇ ਹੁਣ ਆਪਣੇ ਜਿਹੜੇ ਮਤਲਬ ਨਾਮ ਦੇ ਨਾਲ ਆਜ਼ਾਦ ਵੀ ਸ਼ਬਦ ਜੋੜ ਲਿਆ। ਆਜ਼ਾਦ ਸੂਫੀ ਬਲਵੀਰ। ਅੱਜ ਜਿਹੜਾ ਇਹਨਾਂ ਨੇ ਆਪਣਾ ਗੀਤ ਰਿਲੀਜ਼ ਕੀਤਾ ਹੈ, ਇਹ ਮੁਲਕ ਮੇਰੇ, ਇਹ ਮਤਲਬ ਬੜਾ ਭਾਵਨਾਤਮਕ ਰੂਪ ਨਾਲ ਲੋਕਾਂ ਨਾਲ ਜੁੜਿਆ ਹੋਇਆ ਗੀਤ ਹੈਗਾ। ਇਸ 'ਚ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਹੈ ਉਹ ਲੋਕਾਂ ਨੂੰ ਦੱਸੀਆਂ ਗਈਆਂ ਇੱਕ ਗੀਤ 'ਚ ਪਰੋ ਕੇ। ਮਤਲਬ ਇਸ ਗੀਤ ਨੂੰ ਜਦ ਆਪਾਂ ਸੁਣਾਂਗੇ, ਦੇਖਾਂਗੇ, ਤਾਂ ਆਪਾਂ ਨੂੰ ਰਿਐਲਿਟੀ ਪਤਾ ਚੱਲੇਗੀ ਵੀ ਦੇਸ਼ 'ਚ ਰਿਐਲਿਟੀ ਕੀ ਹੈ। ਇਹ ਰਿਐਲਿਟੀ ਨਾਲ ਜੁੜਿਆ ਹੋਇਆ ਗੀਤ ਹੈਗਾ, ਔਰ ਮੇਰਾ ਇਹ ਮੰਨਣਾ ਹੈ ਇਹ ਗੀਤਾਂ ਨੂੰ ਆਪਾਂ ਨੂੰ ਪ੍ਰਮੋਟ ਕਰਨਾ ਚਾਹੀਦਾ। ਜਦ ਆਪਾਂ ਇਸ ਤਰ੍ਹਾਂ ਦੇ ਗੀਤਾਂ ਨੂੰ ਪ੍ਰਮੋਟ ਕਰਾਂਗੇ ਤਾਂ ਆਪਣੇ ਸਮਾਜ ਦਾ, ਆਪਾਂ ਇਹ ਕਹਿ ਸਕਦੇ ਵੀ ਆਪਣੇ ਸਮਾਜ ਨੂੰ ਸੁਧਾਰਨ ਲਈ ਇੱਕ ਕਦਮ ਚੱਕਾਂਗੇ ਇਸ ਤਰ੍ਹਾਂ ਦੇ ਗੀਤ। ਇਸ ਕਰਕੇ ਮੇਰਾ ਇਹ ਮੰਨਣਾ ਵੀ ਇਹਨਾਂ ਨੂੰ ਪ੍ਰਮੋਟ ਜ਼ਰੂਰ ਕਰਨਾ ਚਾਹੀਦਾ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਨੂਮਾ ਯਾਦ ਦੇ ਨਾਲ, ਦੈਨਿਕ ਸਵੇਰਾ TV ਲਈ, ਚੰਡੀਗੜ੍ਹ ਤੋਂ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। ਅੱਜ ਪੰਜਾਬ ਵਿੱਚ ਬਿਜਲੀ ਦਾ ਸੰਕਟ ਹੈ। ਬਿਜਲੀ ਦੇ ਕੱਟ ਵੀ ਲੱਗ ਰਹੇ ਹੈ, ਬਿਜਲੀ ਦੇ ਰੇਟ ਵੀ ਵੱਧ ਗਏ ਹੈ, ਬਿੱਲ ਵੀ ਬਹੁਤ ਵੱਡੇ ਆਉਣ ਲੱਗ ਗਏ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਦੇ ਦੌਰਾਨ ਅਸੀਂ 24 ਘੰਟੇ ਬਿਜਲੀ ਦਿੰਦੇ ਸੀ ਤੇ SC ਤੇ BC ਭਾਈਚਾਰੇ ਨੂੰ 200 ਯੂਨਿਟ ਹਰ ਮਹੀਨੇ ਹਰ ਬਿੱਲ ਵਿੱਚ ਮੁਫਤ ਦਿੰਦੇ ਸੀ। ਅੱਜ ਮੈਂ ਸਾਰੇ ਪੰਜਾਬੀਆਂ ਨੂੰ ਵਾਅਦਾ ਕਰਦਾ, ਉਹਨਾਂ ਦੇ ਘਰਾਂ ਦੇ 400 ਯੂਨਿਟ ਹਰ ਮਹੀਨੇ ਸਾਡੀ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਆਉਣ ਵਾਲੀ ਸਰਕਾਰ ਉਹਨਾਂ ਨੂੰ ਮੁਫਤ ਦੇਊਗੀ। 2 ਮਹੀਨੇ ਦਾ ਬਿੱਲ ਦਾ ਮਤਲਬ 800 ਯੂਨਿਟ ਹਰ 2 ਮਹੀਨੇ 'ਚ ਜੋ ਬਿੱਲ ਆਇਆ ਕਰੂਗਾ ਉਹ ਮੁਫਤ ਹੋਣਗੇ। ਆਹ ਸਾਡਾ ਵਾਅਦਾ ਤੁਹਾਡੇ ਨਾਲ।